ਖਾਲਸਾ ਜੀ। ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਪਰਮ ਸਨਮਾਨ ਆਵਰ ਸਾਹਿਬ ਕਮਾਲ बारगाहे इनायत के मालक कलयुगी जीवों के उद्धार करता साहिब सहाबा जोत रूप हर आप महिमा दे मालक तन 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 गुरु पिता श्री गुरुदेव गुरु ग्रंथ साहिब जी दे महान बरकतमयी इनायतमयी श्री चरण कमलों च विराजमान गुरु प्यारी साध संगत गुरुदेव जी की महान इनायत का सदका साढ़े सारियां दे सिर ते महरामतमई रखे हथ का सदका जीवन का अज का दिन भी प्राप्त होया और इस नवे दिन की जो नवे जन्म समान है शाम अजीजुल नवाज गनीमुल खराज पातशाह गुरु गोबिंद सिंह साहिब जी दे मुबारक चरण कमलों की खाक दे नाम करना नसीब होया। सतगुरु जी की मेहर सदका सौदर चौंकी दे कीर्तन हर कीरत हमरी रह रास आरती अरदास ते फिर सदाए खास सतगुरु जी दे हुक्मनामे आपने प्रेम सहित झोली च पवाए हैं। हमरी गणत ना गणिया काई अपना बिरद पछाण हाथ दे राखे अपने को सदा सदा रंग मान साचा साहिब सद मेहरवान बंद पाया मेरे सतगुर पूरे तां होई सर्ब कल्याण। पावन हुक्मनामे आपने झोली च पवाए हैं। कुछ समा होर साहिब कमाल मेरियां पीरियां दे दाते संसार ते अकाल तखत प्रगट करने वाले सतगुरु गुरु हरगोबिंद साहब पातशाह जी दियां पावन पवित्र जीवन गाथावां बाबाणियां कहानियां गुरु इतिहास विचार गुरु दीदार दी बरकत साढ़े सारियां दी झोली विच पै सके। एकाग्रता अदब ते आनंद दी दात प्राप्त होवे इसलिए जितने माता भराता हाजरीन हाजरी भर रहे हो पेशतर दोवां हत्थां नूं हिरदे दे सामने जोड़दियां नेत्र बंद करके ऐसा गहराई तो महसूस करिए कि साडा सीस गुरु हरगोबिंद साहिब जी दे श्री चरण कमलों ते टिकिया है ते साहिब जियां ने मेहर भरिया हथ साडे सिर ते रखिया होया। गुरुदेव जी दे शब्द रूपी कदमां नूं गलवकड़ी करदियां चरण चुमदियां होया गुरु की अमृत फतेह द्वारा सांझ बनाइए। वाहिगुरु जी का खालसा वाहिगुरु जी की फतेह। कल तक प्यार सहित सरवण करदियां इतना आपने बड़े अदब सहित सरवण किया कि गुरु हरगोबिंद साहिब जी महाराज चलते जा रहे ने नाल आप जी दे सेनावां हन संत सिपाही सैनिक हन
ਬਹਾਦਰ ਬਾਬਾ ਬਿਧੀ ਚੰਦ ਸਾਹਿਬ ਔਰ ਇਸ ਤਰ੍ਹਾਂ ਦੇ ਨਾਲ ਹੋਰ ਗੁਰਸਿੱਖ ਨਾਲ ਨੇ। ਭਾਈ ਜਾਤੀ ਮਲਕ, ਭਾਈ ਜੋਧ ਰਾਏ ਜੀ ਇਤਿਆਦਿਕ ਉਹਨਾਂ ਦੇਖਿਆ ਇੱਕ ਬਹੁਤ ਵੱਡਾ ਅਜਗਰ। ਇਸ ਦੀ ਖੁਰਾਕ ਨੂੰ ਦੇਖ ਕੇ ਇਸ ਦਾ ਨਾਮ ਪਿਆ। ਅੱਜ ਕਹਿੰਦੇ ਨੇ ਬੱਕਰੇ ਨੂੰ, ਬੱਕਰੀ ਨੂੰ ਅਜਾ, ਤੇ ਗਰ ਦਾ ਮਤਲਬ ਆਉਂਦਾ ਹੈ ਨਿਗਲ ਲੈਣ ਵਾਲਾ। ਜਿਹੜਾ ਸਮੁੱਚੇ ਸਿੰਘਾਂ ਵਾਲੇ ਬੱਕਰੇ ਨੂੰ ਨਿਗਲ ਲਵੇ, ਨਿਵਾਲਾ ਬਣਾ ਲਏ, ਉਸ ਸੱਪ ਨੂੰ ਅਜਗਰ ਕਹਿੰਦੇ ਨੇ, ਅਜਦਹਾ ਵੀ ਕਹਿੰਦੇ ਨੇ। ਉਹ ਨਿਕਲਿਆ ਜਿਹੜਾ ਕਈ ਗਜ਼ ਲੰਬਾ ਹੈ ਤੇ ਬੜਾ ਭਾਰਾ ਮੋਟੇ ਸਰੀਰ ਦਾ। ਸਿੱਖ ਉਸ ਨੂੰ ਮਾਰਨ ਵਾਸਤੇ ਦੌੜੇ। ਮਹਾਰਾਜ ਨੇ ਰੋਕਿਆ, ਆਖਿਆ ਨਹੀਂ, ਇਸ ਨੂੰ ਮਾਰੋ ਨਾ, ਸਾਡੇ ਵੱਲ ਆ ਰਿਹਾ। ਜੈਸੇ ਉਹ ਲਾਗੇ ਪਹੁੰਚਿਆ, ਸਤਿਗੁਰੂ ਜੀ ਦੇ ਚਰਨਾਂ ਦੇ ਲਾਗੇ ਆ ਕੇ ਉਸਨੇ ਆਪਣਾ ਸਿਰ ਰੱਖ ਦਿੱਤਾ। ਮਹਾਰਾਜ ਜੀ ਨੇ ਆਪਣੇ ਸੱਜੇ ਚਰਨ ਨੂੰ ਜੋੜੇ 'ਚੋਂ ਬਾਹਰ ਕੱਢ ਕੇ ਤੇ ਉਸ ਦੇ ਸਿਰ 'ਤੇ ਆਪਣਾ ਸੱਜਾ ਅੰਗੂਠਾ ਪੈਰ ਦਾ ਰੱਖਿਆ ਤੇ ਉਹਦਾ ਸਰੀਰ ਸਾਰਾ ਫਟ ਗਿਆ ਪੂਛ ਤੱਕ। ਵਿੱਚੋਂ ਟੋਕਰਿਆਂ ਦੇ ਟੋਕਰੇ ਕੁਰਬਲ ਕੁਰਬਲ ਕਰਦੇ ਹੋਏ ਕੀੜੇ ਨਿਕਲੇ। ਉਹ ਵੀ ਹੌਲੀ ਹੌਲੀ ਇਹਦੇ ਨਾਲ ਹੀ ਮਰ ਗਏ। ਸੇਵਕਾਂ ਨੇ ਪੁੱਛਿਆ, ਮਹਾਰਾਜ ਇਹ ਕੌਤਕ ਕੀ ਹੈ? ਸਾਹਿਬ ਨੇ ਫਰਮਾਇਆ, ਪਿਛਲੇ ਜਨਮ ਵਿੱਚ ਪਖੰਡੀ ਸਾਧ ਸੀ, ਬਹੁਤ ਵੱਡੀ ਮਾਨਤਾ ਸੀ, ਬੜੇ ਲੋਕ ਆਉਂਦੇ ਸਨ। ਇਸ ਨੇ ਨਾ ਤੇ ਆਪ ਨਾਮ ਜਪਿਆ ਪਰਮੇਸ਼ਰ ਦਾ ਤੇ ਨਾ ਇਸ ਨੇ ਨਾਮ ਜਪਣ ਦਾ ਉਪਦੇਸ਼ ਦਿੱਤਾ। ਆਪਣੇ ਲੋਕਟ ਗਲ ਵਿੱਚ ਪਵਾਉਂਦਾ ਰਿਹਾ, ਆਪਣੀਆਂ ਫੋਟੋਆਂ ਨੂੰ ਮੱਥਾ ਟਿਕਵਾਉਂਦਾ ਰਿਹਾ। ਫਿਰ ਜਦ ਇਹ ਮਰਿਆ ਤੇ ਸੱਪ ਦੀ ਜੂਨ ਪਈ। ਬੜਾ ਹੰਕਾਰ ਵਿੱਚ ਸੀ, ਬੜਾ ਧਨ ਦਾ ਇਹਦੇ ਮਨ ਵਿੱਚ ਪਕੜ ਜਕੜ ਦਾ ਬਣਿਆ ਹੋਇਆ ਸੀ ਸਿਲਸਿਲਾ। ਮਹਾਰਾਜ ਦੀ ਬਾਣੀ ਦੇ ਵੀ ਬੋਲ ਨੇ, ਭਗਤ ਜੀ ਦੇ ਬੋਲ, ਅੰਤ ਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਸਰਪ ਜੋਨ ਵਲ ਵਲ ਅਵਤਰੈ। ਜਿਤਨੇ ਇਸ ਦੇ ਚੇਲੇ ਸਨ ਉਹ ਸਾਰੇ ਕਿਰਮ ਬਣ ਕੇ ਇਹਦੇ ਸਰੀਰ ਵਿੱਚ ਆਈ ਗਏ। ਇਹ ਬੜਾ ਦੁਖਦ ਸੀ, ਬੜਾ ਪਰੇਸ਼ਾਨ ਸੀ। ਉਹ ਸਾਰੇ ਕੀੜੇ ਇਸ ਦਾ ਮਾਸ ਖਾਂਦੇ ਸਨ ਕੱਟ ਕੇ। ਮਰਦਾ ਵੀ ਨਹੀਂ ਸੀ ਤੇ ਹੋਰ ਕੀੜੇ ਵੱਧਦੇ ਜਾ ਰਹੇ ਸਨ। ਅੱਜ ਅਸੀਂ ਲੰਘੇ ਹਾਂ, ਇਹ ਸਾਹਮਣੇ ਆ ਗਿਆ। ਇਸ ਦੇ ਕੁਝ ਪੁੰਨ ਕਰਮ ਪੁਰਾਣੇ ਜਨਮਾਂ ਦੇ ਬਾਕੀ ਸਨ, ਜਿਸ ਕਰਕੇ ਇਹਨੂੰ ਸਾਡੇ ਲੰਘਣ ਦਾ ਬੋਧ ਹੋਇਆ ਤੇ ਸਾਹਮਣੇ ਸਿਰ ਰੱਖ ਦਿੱਤਾ। ਹੁਣ ਅਸੀਂ ਇਸ ਦਾ ਕਲਿਆਣ ਕਰ ਦਿੱਤਾ ਹੈ। ਹੁਤੋ ਸੁਕਰਮਨ ਵਿਸ਼ੇਸ਼ ਇਸ ਆਏ ਪਰਿਓ ਸ਼ਰਨ ਆਏ। ਕੋਈ ਵਿਸ਼ੇਸ਼ ਕਰਮ ਸੀ ਜਿਸ ਕਰਕੇ ਸ਼ਰਨ ਆ ਪਿਆ ਹੈ। ਇਸ ਨੇ ਤੌਬਾ ਕੀਤੀ ਹੈ। ਕੋਈ ਵਿਸ਼ੇਸ਼ ਕਰਮ ਸੀ, ਅਬ ਸ਼ੁਭ ਗਤ ਪ੍ਰਾਪਤ ਭਈ, ਤਨ ਪੰਨੰਗ ਮੁਕਤਾਏ ਫਨੰਗ। ਸੱਪ ਦੇ ਤਨ ਤੋਂ ਮੁਕਤੀ ਹੋਈ ਹੈ ਤੇ ਹੁਣ ਸਾਡੇ ਚਰਨ ਕਮਲਾਂ ਦਾ ਅੰਗੂਠਾ ਸੋ ਜਾਣ ਨਾਲ ਇਹਨੂੰ ਸੋਹਣੀ ਗਤ ਮਿਲ ਗਈ। ਸਾਧ ਸੰਗਤ ਤੇ ਸਤਿਗੁਰੂ ਮਹਾਰਾਜ ਨੇ ਜਿਹੜੇ ਪਸ਼ੂ ਪ੍ਰੇਤ ਮੁਗਧ ਕੋ ਤਾਰੇ, ਪਾਹਨ ਪਾਰ ਉਤਾਰੇ। ਪਸ਼ੂਆਂ ਨੂੰ ਤੇ ਪ੍ਰੇਤਾਂ ਨੂੰ ਵੀ ਤਾਰ ਦਿੰਦੇ ਨੇ, ਪਾਰ ਉਤਾਰ ਦਿੰਦੇ ਨੇ। ਇਹ ਗੁਰੂ ਨਾਨਕ ਦੇਵ ਮਹਾਰਾਜ ਨੇ। ਬੜੇ ਬੜੇ ਭਿਆਨਕ ਪਸ਼ੂ ਮਹਾਰਾਜ ਕੋਲ ਕਲਿਆਣ ਲਈ ਆਉਂਦੇ ਰਹੇ। ਜੈਸੇ ਆਪ ਸਿੰਗਲਾ ਦੀਪ ਗਏ, ਇੱਕ ਸਮੁੰਦਰ ਦਾ ਵੱਡਾ ਮੱਛ ਸੀ ਜਿਸ ਨੂੰ ਲੱਗਿਆ ਵੀ ਪਰਮੇਸ਼ਰ ਕਿਨਾਰੇ ਆ ਖੜਾ ਹੋਇਆ।
ਉਸਨੇ ਆਪਣੀ ਪਿੱਠ ਦੀ ਮਹਾਰਾਜ ਨੂੰ ਸਵਾਰੀ ਕਰਾਈ ਤੇ ਮਤਲਬ ਇਤਨਾ ਹੀ ਸੀ ਕਿ ਉਹ ਕਲਿਆਣ ਚਾਹੁੰਦਾ ਸੀ ਆਪਣਾ। ਇੱਕ ਸੱਪ ਮਹਾਰਾਜ ਦੀ ਸੇਵਾ 'ਚ ਆ ਗਿਆ ਸੀ ਛਾਂ ਕਰਨ ਵਾਸਤੇ। ਗੁਰੂ ਨਾਨਕ ਦੇਵ ਮਹਾਰਾਜ ਮੱਝਾਂ ਗਊਆਂ ਚਾਰਦੇ ਹੋਏ ਬਿਰਾਜ ਗਏ ਤੇ ਸੂਰਜ ਢਲ ਗਿਆ ਤੇ ਪਰਛਾਵਾਂ ਮਹਾਰਾਜ ਜੀ ਦੇ ਚਿਹਰੇ ਤੋਂ ਜੋ ਛਾਂ ਸੀ ਉਹ ਪਾਸੇ ਹੋ ਗਈ ਤੇ ਧੁੱਪ ਆ ਗਈ। ਲਾਗੇ ਇੱਕ ਭੁੱਖਾ ਨਾਗ ਸੀ, ਉਹ ਆਇਆ ਤੇ ਸ਼ਿਕਾਰ ਵਾਸਤੇ ਸੀ, ਬਈ ਬੰਦਾ ਪਿਆ ਹੋਇਆ ਤੇ ਮੇਰਾ ਸ਼ਿਕਾਰ ਹੈ। ਪਰ ਜਦ ਲਾਗੇ ਆਇਆ ਤੇ ਸਤਿਗੁਰੂ ਜੀ ਦੀਆਂ ਤਰੰਗਾਂ ਨਾਲ ਪ੍ਰਭਾਵਿਤ ਹੋਇਆ ਤੇ ਉਸਨੇ ਸੋਚਿਆ, ਨਹੀਂ, ਇਸ ਨੂੰ ਮੈਂ ਸ਼ਿਕਾਰ ਨਹੀਂ ਬਣਾ ਸਕਦਾ, ਇਹ ਤਾਂ ਕਲਯੁਗ ਦੇ ਸ਼ਿਕਾਰ ਹੋਏ ਜੀਵਾਂ ਦਾ ਉਧਾਰ ਕਰਨ ਵਾਸਤੇ ਆਇਆ। ਤੇ ਮਹਾਰਾਜ ਦੀ ਸੇਵਾ ਵਿੱਚ ਫਨ ਫੈਲਾ ਕੇ ਤੇ ਛਾਂ ਕਰਦਾ ਰਿਹਾ। ਆਪ ਧੁੱਪ 'ਚ ਰਿਹਾ, ਮਹਾਰਾਜ ਨੂੰ ਛਾਂ ਕੀਤੀ। ਪ੍ਰਸਾਦੀ ਹਾਥੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ, ਆਪ ਜਿੱਧਰ ਜਾਂਦੇ ਪਿੱਛੇ ਪਿੱਛੇ ਨਾਲ ਹੀ ਚੱਲਦਾ। ਸਤਿਗੁਰੂ ਸਿੰਘਾਸਣ 'ਤੇ ਬਿਰਾਜਮਾਨ ਹੋ ਜਾਂਦੇ ਤੇ ਇਹ ਚੌਰ ਚਲਾਉਣ ਲੱਗ ਪੈਂਦਾ ਮਹਾਰਾਜ ਨੂੰ। ਫਿਰ ਮਹਾਰਾਜ ਦੀਵਾਨ ਤੋਂ ਬਾਹਰ ਆਉਂਦੇ, ਜੋੜਾ ਚੁੱਕ ਕੇ ਅੱਗੇ ਰੱਖਦਾ। ਮਹਾਰਾਜ ਜੀ ਦਾ ਘੋੜਾ ਤੰਬਾਕੂ ਵਾਲੇ ਖੇਤ 'ਚ ਨਹੀਂ ਵੜਿਆ। ਉਹਨੂੰ ਪਤਾ ਹੈ ਬਈ ਇਹ ਬੱਜਰ ਕੁਰੈਤ ਹੈ, ਇੱਥੇ ਪੈਰ ਵੀ ਨਹੀਂ ਰੱਖਣਾ। ਇਸ ਤਰ੍ਹਾਂ ਬੜੇ ਪਸ਼ੂਆਂ ਦਾ ਉਧਾਰ ਮਹਾਰਾਜ ਜੀ ਨੇ ਕੀਤਾ ਹੈ। ਤਾਂ ਥੋੜ੍ਹੇ ਜਿਹੇ ਸਾਹਮਣੇ ਆ ਗਏ, ਸ਼ੇਰ ਦਾ ਵੀ ਸਤਿਗੁਰੂ ਨੇ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ਼ਿਕਾਰ ਕਰਕੇ ਕਲਿਆਣ ਕੀਤਾ। ਅਸੀਂ ਕਹਿ ਦਿੰਦੇ ਹਾਂ ਵੀ ਪਸ਼ੂ ਪ੍ਰੇਤ ਬਿਰਤੀਆਂ ਵਾਲਿਆਂ ਨੂੰ, ਮਨੁੱਖਾਂ ਨੂੰ ਗੁਰੂ ਤਾਰਦਾ ਹੈ, ਨਹੀਂ, ਪਸ਼ੂਆਂ ਤੇ ਪ੍ਰੇਤਾਂ ਨੂੰ ਵੀ ਤਾਰਦਾ। ਸਾਹਿਬ ਜਾ ਰਹੇ ਸਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਮਦਮਾ ਸਾਹਿਬ ਵੱਲ ਨੂੰ, ਤੇ ਰਸਤੇ ਵਿੱਚ ਲੰਘਦਿਆਂ ਇੱਕ ਕਿੱਕਰ ਦੇ ਦਰਖਤ ਤੇ ਕਾਂ ਦੇ 2 ਬੱਚੇ ਸਨ। ਉਹ ਬੜਾ ਸ਼ੋਰ ਪਾ ਰਹੇ ਸਨ, ਬੜਾ ਉੱਚੀ ਉੱਚੀ ਬੋਲ ਰਹੇ ਸਨ। ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਦਇਆ ਸਿੰਘ ਜੀ ਨੂੰ ਕਿਹਾ, ਲਿਆ ਥੱਲੇ। ਉਤਾਰ ਕੇ ਲਿਆਂਦਾ। ਜਿਹੜਾ ਬਹੁਤਾ ਰੌਲਾ ਪਾ ਰਿਹਾ ਸੀ ਕਿ ਇਹਦੀ ਸੰਗੀ ਮਰੋੜ ਦੇ, ਗਲ ਮਰੋੜ ਦੇ, ਉਹਦਾ ਉਧਾਰ ਕਰ ਦਿੱਤਾ। ਮਹਾਰਾਜ ਇਹ ਕੌਣ ਸੀ? ਸੱਚੇ ਪਾਤਸ਼ਾਹ ਆਖਣ ਲੱਗੇ, ਸਾਡੇ ਲੰਗਰ ਦਾ ਸੇਵਾਦਾਰ ਹੈ। ਕਿਸੇ ਗੁਰਸਿੱਖ ਨੂੰ ਕਹਿ ਬੈਠਾ ਵੀ ਐਵੇਂ ਕਾਵਾਂ ਵਾਂਗੂ ਰੌਲਾ ਪਾਉਣਾ ਹੈ, ਤੇ ਉਹਦੇ ਮੂੰਹੋਂ ਨਿਕਲ ਗਿਆ, ਤੂੰ ਕਾਂ ਹੋਵੇ ਮੈਂ ਕਿਉਂ ਹੋਵਾਂ। ਇਹ ਪੈ ਗਿਆ ਹੈ। ਭਾਈ ਕੀਰਤੀਏ ਦਾ ਪਿਤਾ ਰਿਛ ਬਣਿਆ ਸੀ, ਮਹਾਰਾਜ ਨੇ ਉਹਦਾ ਕਲਿਆਣ ਕੀਤਾ। ਕੌਡੇ ਦੇ ਕੜਾਏ ਸ਼ਾਂਤ ਕੀਤੇ। ਐਸੇ ਬੜੇ ਹੀ ਕੌਤਕ ਨੇ। ਪਸ਼ੂ ਪ੍ਰੇਤ ਮੁਗਧ ਕੋ ਤਾਰੇ, ਪਾਹਨ ਪਾਰ ਉਤਾਰੇ। ਸਤਿਗੁਰੂ ਪਾਤਸ਼ਾਹ ਨੇ ਪੱਥਰਾਂ ਨੂੰ ਵੀ ਪਾਰ ਉਤਾਰ ਦਿੱਤਾ ਹੈ। ਮਹਾਰਾਜ ਕਹਿਣ ਲੱਗੇ, ਹੁਣ ਸ਼ੁਭ ਗਤ ਪ੍ਰਾਪਤ ਭਈ, ਤਨ ਪੰਨੰਗ ਮੁਕਤਾਏ। ਇਹ ਸੱਪ ਦੇ ਤਨ ਤੋਂ ਇਹਨੂੰ ਮੁਕਤੀ ਮਿਲੀ ਹੈ, ਇਹਦਾ ਕਲਿਆਣ ਹੋ ਗਿਆ ਹੈ। ਅਗਲੀ ਕਥਾ ਸਰਵਣ ਕਰੀਏ ਪੇਸ਼ਤਰ, ਸਾਰੇ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਇੱਕ ਵਾਰੀ ਫਿਰ ਸਾਰੇ ਆਖੋ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਦੋਹਰਾ ਉਤਰਿਓ ਡੇਰਾ ਜਹ ਕਹਾਂ, ਸ੍ਰੀ ਸਤਿਗੁਰ ਚੋਂ ਔਰ। ਜਿੱਥੇ ਵੀ ਮਹਾਰਾਜ ਜੀ ਦਾ ਉਤਾਰਾ ਹੁੰਦਾ, ਚਾਰੇ ਪਾਸਿਆਂ ਤੋਂ ਸਤਿਗੁਰੂ ਜੀ ਦੇ ਕਰਤ ਹਰੇਖਾ ਹੈ ਲਗੇ, ਬੜੇ ਕਿਲਕ ਬਿੰਦ ਡੋਰ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੈਨਾ ਕਿੱਲੇ ਗੱਡ ਕੇ ਤੇ ਵੱਡੇ ਵੱਡੇ ਕੀਮਤੀ ਘੋੜੇ ਬੰਨ੍ਹ ਕੇ ਤੇ ਆਪ ਜੋ ਹਿਣਕਦੇ ਹਨ, ਖੁਸ਼ ਹੁੰਦੇ ਹਨ, ਉਹਨਾਂ ਨੂੰ ਸੋਹਣੀਆਂ ਡੋਰਾਂ ਨਾਲ ਬੰਨ੍ਹ ਦਿੰਦੇ ਹਨ। ਨਿਸ਼ਾਨੀ ਛੰਦ ਕਰੇ ਫਰਸ, ਸ੍ਰੀ ਗੁਰੂ ਥਿਰੇ ਬੈਠੇ ਬੋ ਪਾਸਾ। ਇਸ ਤਰ੍ਹਾਂ ਮਹਾਰਾਜ ਜੀ ਦੇ ਪਾਵਨ ਚਰਨ ਕਮਲਾਂ 'ਚ ਬੈਠਣ ਲਈ ਫਰਸ਼ ਵਿਛ ਜਾਂਦੇ।
ਤੇ ਬਹੁਤ ਸਾਰੇ ਸੂਰਮੇ ਕੋਲ ਬੈਠੇ ਹਨ। ਅਨੇਕ ਪ੍ਰਕਾਰਨ ਬਾਰਤਾ ਯੁਤ ਹਾਸ ਬਿਲਾਸਾ। ਅਨੇਕਾਂ ਤਰ੍ਹਾਂ ਦੀਆਂ ਵਿਚਾਰਾਂ ਮਹਾਰਾਜ ਨਾਲ ਸੇਵਕ ਕਰਦੇ ਨੇ। ਕੁਝ ਹਾਸ ਬਿਲਾਸ ਦੇ ਬਚਨ ਵੀ ਮਹਾਰਾਜ ਜੀ ਆਪ ਕਰ ਲੈਂਦੇ ਹਨ। ਸੂਪਕਾਰ ਤਿਸ ਕਾਲ ਮਹਿ ਹਿਤ ਕਰਨ ਰਸੋਈ। ਤੇ ਲਾਂਗਰੀ ਸਿੱਖ ਜਿਹੜਾ ਸੀ ਨਾ, ਉਹ ਮਹਾਰਾਜ ਜੀ ਦੇ ਕੋਲ ਭੋਜਨ ਤਿਆਰ ਕਰਨ ਵਾਸਤੇ ਲਗੇ ਸੁਧਾਰਨ ਥਾਨ ਕੋ ਖਨ ਅਵਨੀ ਜੋਈ। ਉਹ ਜ਼ਮੀਨ ਨੂੰ ਖੁਰਚ ਕੇ ਘਾਹ ਆਦਿਕ ਪਰੇ ਕਰਕੇ ਤੇ ਚਰਾਂ ਪੁੱਟਣ ਲੱਗ ਪਏ। ਚੁੱਲ੍ਹੇ ਬਣਾਉਣ ਲਈ ਥੋੜ੍ਹਾ ਜ਼ਮੀਨ ਵਿੱਚ ਡਿੱਗ ਕਰੀਦਾ ਹੈ ਤੇ ਫਿਰ ਇੱਟਾਂ ਆਦਿਕ ਰੱਖ ਕੇ ਉਹ ਚੁੱਲ੍ਹਾ ਬਣ ਜਾਂਦਾ। ਉਹ ਖੱਟਣ ਲੱਗ ਪਏ। ਕੁਛ ਕਖਨੀ ਜਬ ਅਸਤ ਗਨ ਨਿਕਸੇ ਨਰ ਕੇਰੇ। ਜਦੋਂ ਕੁਝ ਕੁ ਧਰਤੀ ਦੀ ਖੁਦਾਈ ਕੀਤੀ ਨਾ, ਉਸ ਵੇਲੇ ਬਹੁਤ ਸਾਰੀਆਂ ਮਨੁੱਖਾਂ ਦੀਆਂ ਹੱਡੀਆਂ ਨਿਕਲਣੀਆਂ ਥੱਲਿਓਂ ਸ਼ੁਰੂ ਹੋ ਗਈਆਂ। ਸਿਰ ਸਤਿਗੁਰ ਕੇ ਢਿਗ ਕਹਿਓ ਉਦਿਆਨ ਕਨੇਰੇ। ਇਹ ਸੂਬਕਾਰ ਸੇਵਾਦਾਰਾਂ ਨੇ, ਲੰਗਰ ਦੀ ਸੇਵਾ ਕਰਨ ਵਾਲਿਆਂ ਨੇ ਆ ਕੇ ਮਹਾਰਾਜ ਜੀ ਨੂੰ ਕਿਹਾ ਬਈ ਸੱਚੇ ਪਾਤਸ਼ਾਹ, ਇਹ ਤਾਂ ਘਣਾ ਜੰਗਲ ਹੈ। ਇੱਕ ਸਤ ਮਾਨੁਖ ਕੇ ਅਸਤ ਇੱਕ ਥਲ ਸਮੁਦਾਏ। ਪਰ ਇੱਕ ਥਾਂ ਜਿੱਥੇ ਅਸੀਂ ਲੱਗੇ ਆ ਚੁੱਲ੍ਹੇ ਬਣਾਉਣ, ਫਿਰ ਹੱਡੀਆਂ ਨਿਕਲੀਆਂ ਨੇ। ਫਿਰ ਥੋੜ੍ਹਾ ਹਟ ਕੇ ਪੁੱਟਿਆ, ਉੱਥੇ ਵੀ ਹੱਡੀਆਂ ਨਿਕਲੀਆਂ ਨੇ। ਬਹੁਤ ਸਾਰੀਆਂ ਹੱਡੀਆਂ ਨਿਕਲ ਰਹੀਆਂ ਨੇ। ਸਾਨੂੰ ਨਹੀਂ ਸਮਝ ਆ ਰਹੀ ਵੀ ਕੀ ਕਾਰਨ ਹੈ। ਇੱਥੇ ਲੰਗਰ ਬਣਾਈਏ ਕਿ ਨਾ ਬਣਾਈਏ। ਮਹਾਰਾਜ ਸੱਚੇ ਪਾਤਸ਼ਾਹ ਬਹੁਤ ਸਾਰੀਆਂ ਮਾਨੁਖ ਕੇ ਅਸਤਲ ਇੱਕ ਥਲ ਸਮੁਦਾਏ ਨਿਕਸਤ ਮਾਨੁਖ ਕੇ ਅਸਤ, ਮਨੁੱਖਾਂ ਦੀਆਂ ਹੱਡੀਆਂ ਹੀ ਨਿਕਲਦੀਆਂ ਆ ਰਹੀਆਂ ਨੇ। ਬਹੁਤ ਸਾਰੀਆਂ ਟੁੱਟੀਆਂ ਭੱਜੀਆਂ। ਕਿਸ ਕਾਰਨ ਇਕੱਠੇ ਗੜੇ ਨਹਿ ਜਾਣੀ ਜਾਏ। ਮਹਾਰਾਜ ਇਹ ਵੀ ਨਹੀਂ ਸਮਝ ਆ ਰਿਹਾ ਵੀ ਇੰਨੀਆਂ ਮਨੁੱਖਾਂ ਦੀਆਂ ਹੱਡੀਆਂ ਇਕੱਠੀਆਂ ਹੀ ਕਿਵੇਂ ਪਈਆਂ ਹੋਈਆਂ, ਕੀ ਕਾਰਨ ਹੈਗਾ ਹੈ। ਸਵਈਆ ਛੰਦ ਉਠ ਗਮਨੇ ਹਿਤ ਹੇਰਨ ਸਤਿਗੁਰ। ਮਹਾਰਾਜ ਸੱਚੇ ਪਾਤਸ਼ਾਹ ਮੁਸਕਰਾ ਪਏ ਤੇ ਆਖਣ ਲੱਗੇ, ਅਸੀਂ ਦੇਖਦੇ ਹਾਂ ਕਿਸ ਦੀਆਂ ਹੱਡੀਆਂ ਹਨ, ਕਿਉਂ ਹੱਡੀਆਂ ਨਿਕਲ ਰਹੀਆਂ ਹਨ। ਵਿਧੀ ਚੰਦ ਆਦਿਕ ਸਮੁਦਾਏ। ਤੇ ਬਹਾਦਰ ਬਾਬਾ ਵਿਧੀ ਚੰਦ ਆਦਿਕ ਵੀ ਸਾਰੇ ਸੂਰਮੇ ਜਿਹੜੇ ਨੇ ਉਹ ਨਾਲ ਮਹਾਰਾਜ ਜੀ ਦੀ ਅਰਦਲ ਵਿੱਚ ਚੱਲ ਪਏ ਦੇਖਣ ਵਾਸਤੇ। ਜੋਧਰਾਏ ਸੰਗ ਸਗਰੇ ਬਿਸਮਤ। ਭਾਈ ਜੋਧਰਾਏ ਜੀ ਦੇ ਨਾਲ ਉਹ ਵੀ ਸਾਰੇ ਹਨ ਤੇ ਬੜੇ ਵਿਸਮਾਦਿਤ ਹੋ ਰਹੇ ਹਨ। ਜਾ ਪਿਖਿਓ ਠਾਂਡੇ ਤਿਸ ਥਾਏ। ਤੇ ਜਾ ਕੇ ਦੇਖਿਆ ਸਾਰਿਆਂ ਨੇ, ਮਹਾਰਾਜ ਉੱਥੇ ਆ ਕੇ ਖੜੇ ਹੋਏ ਨੇ ਜਿੱਥੇ ਖੱਡੇ ਪੁੱਟੇ ਨੇ, ਚੁਰਾਂ ਪੁੱਟੀਆਂ ਨੇ, ਚੁੱਲ੍ਹੇ ਬਣਾਏ ਨੇ ਤੇ ਹੱਡੀਆਂ ਨਿਕਲਦੀਆਂ ਆ ਰਹੀਆਂ ਹਨ। ਖਨਵਾਵਤ ਨਿਕਸੇ ਨਰ ਅਸਥੀ। ਜਿੱਥੇ ਵੀ ਖੁਦਵਾਉਂਦੇ ਨੇ ਉੱਥੇ ਖੁਦਾਈ ਕਰਨ ਨਾਲ ਮਨੁੱਖਾਂ ਦੀਆਂ ਅਸਥੀਆਂ ਨਿਕਲਦੀਆਂ ਹਨ। ਭਏ ਬ੍ਰਿੰਦ ਤਹ ਢੇਰ ਲਗਾਏ। ਤੇ ਇੰਝ ਲੱਗਦਾ ਬਈ ਹੱਡੀਆਂ ਦੇ ਥੱਲੇ ਵੱਡੇ ਵੱਡੇ ਢੇਰ ਲੱਗੇ ਹੋਏ ਹਨ। ਸਭ ਕੇ ਤਰੇ ਕਰੰਗ ਇੱਕ ਸਾਰੋ। ਉਹ ਸਾਰਿਆਂ ਦੇ ਜਿਹੜੇ ਕਰੰਗ ਨੇ ਉਹ ਇੱਕੋ ਜਿਹੇ ਹਨ। ਅਸ ਨ ਭਗਨ ਤਾਹੇ ਦਰਸਾਏ। ਤੇ ਨਾਲੇ ਕਿਸੇ ਦੇ ਜਿਹੜੇ ਅਸਤ ਨੇ ਸਭ ਤੇ ਕੇ ਤਰੇ ਕਰੰਗ ਇੱਕ ਸਾਰੋ। ਸਾਰੀਆਂ ਹੱਡੀਆਂ ਤੋਂ ਥੱਲੇ ਇੱਕ ਪੂਰਾ ਕਰੰਗ ਪਿਆ ਹੋਇਆ, ਉਹਦਾ ਕੋਈ ਹੱਥ ਪੈਰ ਦਾ ਕੋਈ ਅਸਤ ਟੁੱਟਿਆ ਹੋਇਆ ਨਹੀਂ, ਬਾਕੀ ਟੁੱਟੇ ਹੋਏ ਨੇ, ਭੁਰੇ ਹੋਏ ਨੇ। ਥੱਲੇ ਇੱਕ ਪੂਰਾ ਮਜ਼ਬੂਤ ਤੇ ਪੂਰਾ ਬਣਿਆ ਹੋਇਆ ਇੱਕ ਕਾਰੰਗਾ ਪਿਆ ਹੋਇਆ ਮਨੁੱਖ ਦਾ। ਸਭ ਹਿਨ ਬੂਝੇ ਸਤਿਗੁਰ ਬੋਲੇ। ਸਾਰਿਆਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਤੇ ਚਰਨਾਂ ਕਮਲਾਂ ਵਿੱਚ ਪ੍ਰਸ਼ਨ ਰੱਖਿਆ ਤੇ ਮਹਾਰਾਜ ਜੀਆਂ ਨੇ ਜਵਾਬ ਦਿੱਤਾ। ਅਤ ਦੁਰ ਭਿਛ ਪਰਿਓ ਇੱਕ ਕਾਲ। ਮਹਾਰਾਜ ਸੱਚੇ ਪਾਤਸ਼ਾਹ ਇਹ ਕੀ ਕੌਤਕ ਹੈ, ਇਤਨੀਆਂ ਸਾਰੀਆਂ ਹੱਡੀਆਂ ਹਨ, ਟੁੱਟੀਆਂ ਹੋਈਆਂ ਹਨ, ਭੁਰੇ ਹੋਏ ਹੱਡ ਹਨ ਬੰਦਿਆਂ ਦੇ, ਪਰ ਇੱਕ ਕਾਰੰਗਾ ਸਾਰਾ, ਇੱਕ ਜਿਹੜਾ ਕੰਕਾਲ ਉਹ ਸਾਰਾ ਪੂਰੇ ਦਾ ਪੂਰਾ ਹੈ। ਤੇ ਮਹਾਰਾਜ ਕਹਿਣ ਲੱਗੇ ਇਸ ਦਾ ਕਾਰਨ ਇੱਕ ਸਮੇਂ
ਬੜਾ ਭਿਆਨਕ ਕਾਲ ਪਿਆ ਸੀ। ਕਿਤਕ ਬਰਖ ਬਰਖਾ ਨਾ ਕਰੇ। ਤੇ ਉਹ ਕਾਲ ਲੰਬਾ ਚੱਲ ਗਿਆ, ਕਈ ਸਾਲਾਂ ਤੱਕ ਮੀਂਹ ਨਾ ਪਿਆ। ਧਨ ਧਰਾ ਪਈ ਤਬ ਸੁਸਕ ਵਿਸਾਲ। ਉਸ ਵੇਲੇ ਧਰਤੀ ਸਾਰੀ ਖੁਸ਼ਕ ਹੋ ਗਈ, ਅੰਨ ਜਲ ਨਾ ਮਿਲਿਆ, ਫਸਲਾਂ ਨਾ ਪੈਦਾ ਹੋਈਆਂ। ਨਿਕਟ ਦੇਸ ਇਸ ਅੰਨ ਨਾ ਉਪਜਿਓ। ਤੇ ਲਾਗੇ ਚਾਗੇ ਇਸ ਇਲਾਕੇ ਵਿੱਚ ਅੰਨ ਪੈਦਾ ਹੀ ਨਾ ਹੋਇਆ, ਅੰਨ ਨਹੀਂ ਮਿਲਿਆ, ਬੜਾ ਭਿਆਨਕ ਕਾਲ ਪੈ ਗਿਆ। ਛੁਦਾ ਕਸ਼ਟ ਤੇ ਮਨੁੱਖ ਬਿਹਾਲ। ਔਰ ਇਸ ਤਰ੍ਹਾਂ ਦੇ ਨਾਲ ਪਸ਼ੂ ਤੇ ਮਨੁੱਖ ਭੁੱਖ ਨਾਲ ਬਿਹਾਲ ਹੋ ਗਏ, ਪਰੇਸ਼ਾਨ ਹੋ ਗਏ, ਕਿਉਂਕਿ ਭੁੱਖ ਵੀ ਬੜਾ ਵੱਡਾ ਦੁੱਖ ਹੈ। ਦੁੱਖ ਵਿਛੋੜਾ, ਇੱਕ ਦੁੱਖ ਭੁੱਖ। ਇਹ ਵੀ ਬਿਮਾਰੀ ਤੋਂ ਘੱਟ ਨਹੀਂ ਹੈ ਬਈ ਸਰੀਰ ਦੀਆਂ ਲੋੜਾਂ ਹੀ ਨਾ ਪੂਰੀਆਂ ਹੋਣ। ਬਰਸਾਤ ਦਾ ਮੌਸਮ ਹੈ, ਸਿਰ 'ਤੇ ਛਾਤੀ ਕੋਈ ਨਹੀਂ। ਠੰਡ ਦਾ ਮੌਸਮ ਹੈ, ਗਰਮ ਕੱਪੜਾ ਹੀ ਕੋਈ ਨਹੀਂ। ਗਰਮੀ ਦਾ ਮੌਸਮ ਹੈ ਤੇ ਪੱਖਾ ਹੀ ਕੋਈ ਨਹੀਂ। ਇਹ ਵੀ ਬੜਾ ਭਿਆਨਕ ਨਰਕ ਹੀ ਹੁੰਦਾ ਹੈ ਜੇ ਸਰੀਰਕ ਲੋੜਾਂ ਪੂਰੀਆਂ ਨਾ ਹੋਣ। ਮਹਾਰਾਜ ਕਹਿਣ ਲੱਗੇ ਇਸ ਤਰ੍ਹਾਂ ਪਸ਼ੂ ਪੰਛੀ ਤੇ ਮਨੁੱਖ ਸਾਰੇ ਬਿਹਾਲ ਹੋਏ, ਤੜਪ ਤੜਪ ਕੇ ਮਰਨ ਲੱਗੇ। ਤਜ ਤਜ ਸਾਧਨ ਫਿਰੇ ਸਭ ਇਤ ਉਤ। ਤੇ ਆਪਣੇ ਆਪਣੇ ਘਰ ਛੱਡ ਕੇ ਇੱਧਰ ਉੱਧਰ ਫਿਰਨ ਲੱਗ ਪਏ ਵੀ ਕਿਤੋਂ ਭੋਜਨ ਮਿਲੇ ਤੇ ਖਾਈਏ। ਤ੍ਰਿਪਤ ਨ ਹੋਤ ਰਹੇ ਬਹੁ ਭਾਲ। ਤੇ ਕਿਤੋਂ ਵੀ ਇਹਨਾਂ ਨੂੰ ਰੱਜਵਾਂ ਭੋਜਨ ਉਦੋਂ ਨਹੀਂ ਮਿਲਦਾ ਸੀ। ਬੜੇ ਬੇਹਾਲ ਹੋਏ, ਪਰੇਸ਼ਾਨ ਹੋਏ, ਤੜਪਦੇ ਰਹੇ। ਜਿਸ ਕੋ ਸਰਬ ਕਾ ਰੰਗ ਇਹੋ ਦੇਖਤ। ਉਸ ਵੇਲੇ ਬੜਾ ਸੋਹਣਾ ਭਾਈ ਸਾਹਿਬ ਜੀ ਨੇ ਲਿਖਿਆ ਕਿ ਜਿਸਕੇ ਸਰਬ ਕਰੰਗ ਇਹ ਦੇਖਤ, ਜਿਹਦਾ ਇਹ ਸਾਰਾ ਪੂਰਾ ਕੰਕਾਲ, ਨਰ ਕੰਕਾਲ ਪੂਰਾ ਦਿਖ ਰਿਹਾ, ਬਾਕੀ ਸਾਰਿਆਂ ਦੇ ਟੁੱਟੇ ਭੱਜੇ ਹਨ, ਜਿਸ ਦਾ ਪੂਰਾ ਦਿਖ ਰਿਹਾ ਹੈ। ਤੋ ਸਮੈ ਤਿਸ ਅਜਮਤਵਾਨ। ਉਸ ਸਮੇਂ ਕਰਾਮਾਤਾਂ ਦਾ ਮਾਲਕ ਸੀ ਇਹ ਪੁਰਸ਼। ਇਹ ਬਾਕੀ ਸਾਰੇ ਇਹਦੇ ਸੰਗੀ ਸਾਥੀ ਸਨ, ਨਾਲ ਵਿਚਰਨ ਵਾਲੇ, ਰਹਿਣ ਵਾਲੇ, ਔਰ ਇਹਦੇ ਕੋਲ ਆਉਣ ਜਾਣ ਵਾਲੇ, ਔਰ ਉਹਨਾਂ ਦੇ ਅੱਗੋਂ ਸੰਗੀ ਸਾਥੀ। ਇਹ ਉਸ ਵੇਲੇ ਚੰਗਾ ਬੰਦਗੀ ਵਾਲਾ ਤੇ ਚੰਗੀ ਕਰਾਮਾਤ ਰੱਖਣ ਵਾਲਾ ਬੰਦਾ ਸੀ, ਜਿਹਦਾ ਕੰਕਾਲ ਪੂਰੇ ਦਾ ਪੂਰਾ ਮਿਲਿਆ ਹੈ। ਜੇ ਚਿਤ ਚਾਹਤ ਆਪਣੇ ਇਹ ਤਬ। ਜੇਕਰ ਇਹ ਚਾਹੁੰਦਾ ਉਸ ਵੇਲੇ ਆਪਣੇ ਚਿੱਤ ਵਿੱਚ ਖਸ਼ਟ ਰਸਨ ਕੇ ਅਸਨ ਮਹਾਨ। ਤੇ ਬਿਨਾਂ ਕੁਝ ਕੀਤਿਆਂ ਖਟ ਰਸ ਪਦਾਰਥ ਸੋਹਣੇ ਸੋਹਣੇ ਵੱਡੀ ਮਾਤਰਾ ਵਿੱਚ ਇਹਦੇ ਕੋਲ ਆ ਸਕਦੇ ਸਨ। ਇਹਦੇ ਬੋਲਣ ਨਾਲ ਹੀ ਆ ਸਕਦੇ ਸਨ, ਇਹਦੇ ਫੁਰਨੇ ਨਾਲ ਹੀ ਆ ਸਕਦੇ ਸਨ। ਪੱਕੀ ਰੋਟ ਕਾ ਸੂਪ ਔਰ ਉਦਨ। ਔਰ ਇਸ ਤਰ੍ਹਾਂ ਪੱਕੇ ਹੋਏ ਪ੍ਰਸਾਦੇ, ਦਾਲਾਂ ਤੇ ਚਾਵਲ, ਅਨਕ ਬਿਦਨ ਕੇ ਗਨ ਪਕਵਾਨ। ਤੇ ਹੋਰ ਵੀ ਕਈ ਤਰ੍ਹਾਂ ਦੇ ਮਿੱਠੇ ਖੱਟੇ ਤੁਰਸ ਪਕਵਾਨ, ਕਈ ਤਰ੍ਹਾਂ ਦੇ। ਸਭ ਅਬਨੀ ਕੋ ਛਾਦਨ ਕਰਤੋ। ਤੇ ਜੇ ਚਾਹੁੰਦਾ ਤੇ ਸਾਰੀ ਧਰਤੀ ਨੂੰ ਆਸਾਦਨ ਢੱਕ ਸਕਦਾ ਸੀ। ਬਾਛਤ ਬਨਤ ਜੇ ਕਰਤ ਬਖਾਨ। ਔਰ ਇਸ ਤਰ੍ਹਾਂ ਦੇ ਨਾਲ ਜੋ ਚਾਹੁੰਦਾ ਉਹ ਹੋ ਜਾਂਦਾ ਸੀ, ਕਰ ਸਕਦਾ ਸੀ। ਚੰਗਾ ਬੰਦਗੀ ਵਾਲਾ ਇਹ ਪੁਰਸ਼ ਸੀ। ਹਾਂਜੀ, ਪ੍ਰਭ ਕੋ ਭਾਨਾ ਮਾਨ ਸੀਸ ਪਰ। ਫਿਰ ਗੁਰਸਿੱਖਾਂ ਨੇ ਕਿਹਾ ਮਹਾਰਾਜ ਜੇ ਇੰਨਾ ਵੱਡਾ ਕਰਾਮਾਤੀ ਸੀ, ਬੰਦਗੀ ਵਾਲਾ ਸੀ, ਫਿਰ ਭੁੱਖਾ ਕਿਉਂ ਮਰ ਗਿਆ? ਇਸ ਦੇ ਭੁੱਖੇ ਮਰਨ ਦਾ ਕੀ ਕਾਰਨ ਹੈ? ਤੇ ਮਹਾਰਾਜ ਸੱਚੇ ਪਾਤਸ਼ਾਹ ਆਖਣ ਲੱਗੇ ਗੱਲ ਇਹ ਹੈ, ਇਹਨੇ ਪ੍ਰਮਾਤਮਾ ਦਾ ਭਾਣਾ ਮਿੱਠਾ ਕਰਕੇ ਮੰਨਿਆ, ਭਾਣੇ ਵਿੱਚ ਰਿਹਾ, ਰਜ਼ਾ ਵਿੱਚ ਰਿਹਾ। ਜੋ ਪ੍ਰਮਾਤਮਾ ਨੇ ਦੁਰਭਿਕਸ਼ ਕਾਲ ਵਰਤਾਇਆ, ਇਹਨੇ ਕੋਈ ਨਾਰਾਜ਼ਗੀ ਜ਼ਾਹਰ ਨਹੀਂ ਕੀਤੀ, ਇਹਨੇ ਕੋਈ ਕਰਾਮਾਤ ਨਹੀਂ ਦਿਖਾਈ ਵੀ ਇਹਦਾ ਉਧਰ ਇਹ ਹੋ ਜਾ। ਇਹ ਆਪਣੇ ਸਵਾਰਥ ਲਈ, ਆਪਣੇ ਭੋਜਨ ਲਈ ਕੋਈ ਕਰਾਮਾਤ ਨਹੀਂ ਵਰਤਾਈ। ਇਹ ਆਨੰਦ ਨਾਲ ਭਾਣਾ ਮੰਨਦਾ ਰਿਹਾ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵੀ ਤੇ ਭਾਣਾ ਹੀ ਮੰਨਿਆ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕੀ ਮੰਨਿਆ? ਭਾਣਾ ਹੀ ਮੰਨਿਆ। ਭਾਈ ਮਤੀ ਦਾਸ, ਭਾਈ ਸਤੀ ਦਾਸ ਸਾਰੇ ਕਰਾਮਾਤੀ ਸਨ। ਸਾਰਿਆਂ ਵਿੱਚ ਕ੍ਰਿਸ਼ਮੇ ਵਰਤਾਉਣ ਦੀ ਕਲਾ ਸੀ, ਪਰ ਭਾਣਾ ਮੰਨਿਆ। ਬੰਦਾ ਸਿੰਘ ਜੀ ਬਹਾਦਰ ਇੰਨਾ ਬਲ ਰੱਖਦੇ ਸਨ ਮਹਾਰਾਜ ਕੋਲ ਆਉਣ ਤੋਂ ਪਹਿਲਾਂ ਵੀ ਕਿ ਉਹ ਸਣੇ ਪਲੰਗ ਬੈਠੇ ਹੋਏ ਬੰਦੇ ਨੂੰ ਉਡਾ ਸਕਦੇ ਸਨ। ਹੋਰ ਕਈ ਕਰਾਮਾਤਾਂ ਦੇ ਮਾਲਕ ਸਨ,
ਪਰ ਉਹਨਾਂ ਦਾ ਮਾਸ ਗਰਮ ਜਮੂਰਾਂ ਨਾਲ ਤੋੜਿਆ ਗਿਆ ਤੇ ਉਹਨਾਂ ਨੇ ਭਾਣਾ ਹੀ ਮੰਨਿਆ, ਕਰਾਮਾਤ ਤੇ ਨਹੀਂ ਦਿਖਾਈ। ਇਹ ਭਾਣਾ ਮੰਨਣ ਵਾਲਿਆਂ ਦੀ ਵੱਡੀ ਗਿਣਤੀ ਗੁਰਮਤਿ ਵਿੱਚ ਮਿਲ ਜਾਏਗੀ। ਭਾਈ ਸਵੇਗ ਸਿੰਘ, ਸ਼ਾਹਬਾਜ਼ ਸਿੰਘ ਜੀ ਚਰਖੜੀਆਂ ਤੇ ਚੜ੍ਹਦੇ ਭਾਣਾ ਹੀ ਤੇ ਮੰਨ ਰਹੇ। ਧਨ ਘੜੀ ਧਨ ਚਰਖੜੀ, ਧਨ ਨਿਆਉ ਤੁਮਾਰਾ, ਧਰਮ ਹੇਤ ਹਮ ਚੜ੍ਹੇ ਚਰਖੜੀ, ਧਨ ਵਜੂਦ ਹਮਾਰਾ। ਇਹ ਸਾਰੇ ਭਾਣਾ ਮੰਨਣ ਵਾਲੇ ਹਨ। ਮਹਾਰਾਜ ਕਹਿਣ ਲੱਗੇ ਪ੍ਰਮਾਤਮਾ ਦਾ ਭਾਣਾ ਇਸ ਨੇ ਮਿੱਠਾ ਕਰਕੇ ਮੰਨਿਆ। ਕਰਾਮਾਤ ਕਿਉਂ ਹੁਨਾ ਤਬ ਕੀਨ, ਤੇ ਕੋਈ ਕਰਾਮਾਤ ਉਸ ਵੇਲੇ ਨਾ ਦਿਖਾਈ। ਸੁਦਤ ਦੁਖ ਦੁਖਿਓ ਅਤ ਅੰਨ ਨ ਪ੍ਰਾਪਤ। ਔਰ ਇਸ ਤਰ੍ਹਾਂ ਸੁਦਤ ਦੁਖਿਓ ਅਤ ਅੰਨ ਨਾ ਪ੍ਰਾਪਤ, ਬੜਾ ਭੁੱਖ ਦਾ ਦੁੱਖ ਇਹਨਾਂ ਨੇ ਸਹਿਆ ਤੇ ਕਿਧਰੇ ਵੀ ਅੰਨ ਦਾ ਇੱਕ ਦਾਣਾ ਵੀ ਪ੍ਰਾਪਤ ਨਾ ਹੋਇਆ। ਆਪਨੋ ਸਦਨ ਤਿਆਗ ਕਰ ਦੀਨ, ਆਪਣਾ ਘਰ-ਬਾਰ ਛੱਡ ਕੇ ਅਨਾਜ ਲੱਭਦੇ ਰਹੇ। ਬਸ ਟੋਕਰਾ ਸਿਰ ਪਰ ਧਰ ਕਰ, ਕੁਝ ਥੋੜੀਆਂ ਬਹੁਤੀਆਂ ਚੀਜ਼ਾਂ ਦਾ ਟੋਕਰਾ ਆਪਣੇ ਸਿਰਾਂ ਤੇ ਰੱਖ ਕੇ। ਗਮਨਿਓ ਲੋਕਨ ਸੰਗ ਪ੍ਰਬੀਨ, ਇਹ ਸਿਆਣੇ ਲੋਕਾਂ ਨੂੰ ਨਾਲ ਲੈ ਕੇ, ਜਿਹੜੇ ਇਹਦੇ ਮੁਰੀਦ ਸਨ ਉਹਨਾਂ ਨੂੰ ਨਾਲ ਲੈ ਕੇ ਚੱਲ ਪਿਆ। ਜਿਤ ਕਿਤ ਫਿਰਤ ਅੰਨ ਬਿਨ ਵਿਆਕੁਲ, ਇੱਧਰ ਉੱਧਰ ਜਿੱਥੇ ਫਿਰਦੇ ਰਹੇ ਅੱਗੋਂ ਵੀ ਭੁੱਖੇ ਲੋਕ ਹੀ ਮਿਲਦੇ ਰਹੇ, ਕਿਉਂਕਿ ਅੰਨ ਕਿਸੇ ਪਾਸੇ ਵੀ ਨਹੀਂ ਸੀ। ਬੜੇ ਵਿਆਕੁਲ ਹੋਏ। ਦੁਰਬਲ ਅੰਗਨ ਓਜ ਬਹੀਨਾ, ਤੇ ਸਰੀਰ ਬਹੁਤ ਕਮਜ਼ੋਰਾ ਹੋ ਗਿਆ ਤੇ ਬੜਾ ਬਲਹੀਨ ਹੋ ਗਿਆ। ਚੱਲਣਾ ਫਿਰਨਾ ਵੀ ਔਖਾ ਹੋ ਗਿਆ। ਵਿਚਰਤ ਇਤ ਉਤ ਥਕਤ ਪ੍ਰਾਨ ਹੋਏ। ਇਸ ਤਰ੍ਹਾਂ ਇੱਧਰ ਉੱਧਰ ਵਿਚਰਦਿਆਂ ਇਹਨਾਂ ਦੇ ਤੇ ਪ੍ਰਾਣਾਂ ਤੱਕ ਵੀ ਥੱਕ ਗਏ। ਆਨ ਪਰੇ ਸਗਰੇ ਇਸ ਥਾਏ, ਤੇ ਆ ਕੇ ਸਾਰੇ ਇੱਥੇ ਹੀ ਡਿੱਗ ਪਏ ਜਿੱਥੇ ਤੁਸੀਂ ਹੁਣ ਲੰਗਰ ਤਿਆਰ ਕਰਨ ਲੱਗੇ ਹੋ। ਇੱਕ ਨਿਸ ਦਿਨ ਮੈਂ ਮ੍ਰਿਤਕ ਪਏ ਗਨ, ਔਰ ਇਸ ਤਰ੍ਹਾਂ ਇੱਕ ਨਿਸ ਦਿਨ ਮੇ, ਇੱਕ ਦਿਨ ਰਾਤ ਹੀ ਇੱਥੇ ਪਏ ਰਹੇ ਤੇ ਇੱਕ ਦਿਨ ਤੇ ਇੱਕ ਰਾਤ ਵਿੱਚ ਹੀ ਇਹਨਾਂ ਸਾਰਿਆਂ ਦੀ ਮੌਤ ਹੋ ਗਈ। ਜੀਤ ਰਹੇ ਜੇ ਤਿਨਹੁ ਉਠਾਏ, ਤੇ ਜਿਹੜੇ ਜਿਉਂਦੇ ਰਹਿ ਗਏ ਇਹਨਾਂ ਵਿੱਚ ਉਹਨਾਂ ਨੇ ਕਿਸੇ ਤਰ੍ਹਾਂ ਇਹਨਾਂ ਨੂੰ ਉਠਾ ਕੇ ਜਾਂ ਘਸੀਟ ਕੇ ਜਾਂ ਖਿੱਚ ਕੇ ਝੇਰੇ ਵਿਖੇ ਪਾਏ ਕਰ ਦਫਨੇ। ਔਰ ਇਸ ਤਰ੍ਹਾਂ ਇੱਥੇ ਖੱਡਾ ਜਿਹਾ ਪਿਆ ਸੀ ਇੱਕ, ਉਹਦੇ ਵਿੱਚ ਸਾਰਿਆਂ ਨੂੰ ਸੁੱਟ ਦਿੱਤਾ, ਦਫਨਾ ਦਿੱਤਾ। ਤਬ ਕੇ ਅਸ ਅਹ ਸਮੁਦਾਏ, ਉਸ ਵੇਲੇ ਦੀਆਂ ਇਹਨਾਂ ਦੀਆਂ ਹਸਤੀਆਂ ਇੱਥੇ ਪਈਆਂ ਹੋਈਆਂ। ਇਹ ਸਤਿਗੁਰੂ ਪਾਤਸ਼ਾਹ ਇਸ ਲਈ ਦੱਸ ਰਹੇ ਨੇ ਕਿ ਮਹਾਰਾਜ ਤ੍ਰਿਕਾਲ ਦਰਸ਼ੀ ਨੇ, ਉਹਨਾਂ ਨੂੰ ਪਤਾ ਹੈ ਬਈ ਹਜ਼ਾਰਾਂ ਸਾਲ ਪਹਿਲੇ ਕੀ ਹੋਇਆ ਸੀ ਤੇ ਹੁਣ ਕੀ ਚੱਲ ਰਿਹਾ ਹੈ ਤੇ ਆਉਣ ਵਾਲੇ ਭਵਿੱਖ ਵਿੱਚ ਕੀ ਹੋਏਗਾ। ਭੂਤ ਭਵਿੱਖ ਵਰਤਮਾਨ ਤਿੰਨ ਕਾਲਾਂ ਦੇ ਗਿਆਤਾ ਨੇ। ਇਸ ਲਈ ਸਾਰੀ ਗੱਲ ਦੱਸ ਦਿੱਤੀ ਵੀ ਇਹ ਕਾਰਨ ਹੈ, ਕੋਈ ਸ਼ੰਕਾ ਕਰਨ ਦੀ ਲੋੜ ਨਹੀਂ ਹੈ। ਰੰਗ ਸਕਲ ਜਿਸ ਧਨ ਪੁਰਖ ਇਹ ਜਿਹੜਾ ਇਹਨਾਂ ਸਾਰਿਆਂ, ਜਿਹੜਾ ਪੁਰਖ ਦਾ ਸਾਰਾ ਕਰੰਗਾ ਮਿਲਿਆ ਨਾ, ਕੰਕਾਲ ਮਿਲਿਆ, ਇਹ ਧਨ ਪੁਰਖ ਹੈ, ਇਹ ਧਨਤਾ ਯੋਗ ਹੈ। ਅਜਰ ਜਰਨ ਭਾਖ ਹੈ ਇਸ ਪਾਏ, ਇਹਨੇ ਅਜਰ ਸ਼ਕਤੀ ਨੂੰ ਜਰ ਲਿਆ। ਸਰੀਰ ਤੇ ਕਸ਼ਟ ਵੀ ਸਹਿਆ ਤੇ ਉਹ ਜਿਹੜੀਆਂ ਕਰਾਮਾਤਾਂ ਵਰਤਾ ਸਕਦਾ ਸੀ ਉਹ ਨਹੀਂ ਵਰਤੀਆਂ। ਅਜਮਤ ਜਰਿਓ ਪ੍ਰਾਣ ਤਨ ਛੋਰੇ, ਆਪਣਾ ਪ੍ਰਾਣ ਤਿਆਗ ਦਿੱਤਾ ਪਰ ਅਜ਼ਮਤ ਨਹੀਂ ਪ੍ਰਗਟ ਕੀਤੀ। ਪ੍ਰਭ ਆਇਸ ਮਹਿ ਰਹਿ ਸੁਖ ਮਾਨ, ਪਰਮਾਤਮਾ ਦੀ ਆਗਿਆ ਸੀ, ਉਹਦੇ ਵਿੱਚ ਇਹਨੇ ਸੁਖ ਮਾਣਿਆ, ਭਾਵ ਉਹਦੀ ਰਜ਼ਾ ਨੂੰ ਹੀ ਚੰਗਾ ਸਮਝਿਆ। ਬੰਧਨਈ ਸਭ ਜਗ ਕੇ ਅਸ, ਬੰਧਨੀਏ ਸਭ ਜਗ ਕੇ ਅਸ ਹੋਏ। ਇਹ ਸਾਰੇ ਜਗਤ ਦਾ ਬੰਧਨ ਯੋਗ ਹੈ, ਪੂਜਣ ਯੋਗ ਹੈ। ਧੀਰਜ ਬੀਰਜਵੰਤ ਮਹਾਨ, ਇਹ ਮਹਾਨ ਧੀਰਜ ਵਾਲਾ, ਮਹਾਨ ਬਲ ਵਾਲਾ ਸੀ। ਹਿਮ ਕੈ ਸਤਿਗੁਰ ਸਭਾ ਬਿਰਾਜੇ। ਇਸ ਤਰ੍ਹਾਂ ਮਹਾਰਾਜ ਜੀ ਦੱਸ ਕੇ ਫਿਰ ਆਪਣੇ ਸਿੰਘਾਸਣ ਤੇ ਜੋ ਸੇਵਕਾਂ ਨੇ ਤਿਆਰ ਕੀਤਾ ਹੋਇਆ, ਸਮਿਆਨੇ ਲੱਗੇ ਹੋਏ ਨੇ, ਫਰਸ਼ ਵਿਛੇ ਹੋਏ ਹਨ, ਉੱਥੇ ਆਪ ਬਿਰਾਜੇ ਹਨ। ਵਿਸਮ ਪਏ ਸੁਨ ਗਾਥ ਪੁਰਾਨ, ਤੇ ਸਾਰੀ ਗਾਥਾ ਮਹਾਰਾਜ ਜੀ ਦੇ ਕੋਲੋਂ ਸੁਣ ਕੇ ਪੁਰਾਣੀ ਜੋ ਹੋਈ ਸੀ ਇਹਨਾਂ ਦੇ ਨਾਲ, ਉਹ ਸਾਰੇ ਵਿਸਮਾਦਿਤ ਹੋ ਰਹੇ ਹਨ। ਸੂਪਕਾਰ ਤਬ ਤਿਆਰ ਆਹਾਰ ਸੋ, ਲਾਂਗਰੀ ਸਿੰਘਾਂ ਨੇ ਫਿਰ ਉੱਥੇ ਹੀ ਕੋਈ ਸ਼ੰਕਾ ਨਹੀਂ ਕੀਤੀ ਬਈ ਇੱਥੇ ਹੱਡੀਆਂ ਪਈਆਂ ਨੇ ਤੇ ਇੱਥੇ ਨਾ ਅਸੀਂ ਭੋਜਨ ਤਿਆਰ ਕਰੀਏ। ਅਸਲੀਅਤ ਇਹ ਐਸਾ ਸੰਗਤ, ਇਤਨੇ ਕੁ ਲੋਕ ਸੰਸਾਰ ਤੇ ਹੋ ਕੇ ਚਲੇ ਗਏ ਨੇ,
ਅਸੀਂ ਜਿੱਥੇ ਇੱਕ ਪੈਰ ਚੱਲਦੇ ਹਾਂ ਉੱਥੇ ਵੀ ਪਤਾ ਨਹੀਂ ਕਿਤਨੇ ਹਜ਼ਾਰਾਂ ਜਾਂ ਸੈਂਕੜੇ ਜਾਂ ਲੱਖਾਂ ਲੋਕਾਂ ਦੀਆਂ ਲਾਸ਼ਾਂ ਪਈਆਂ ਹੋਈਆਂ। ਅਸੀਂ ਰੋਜ਼ ਉੱਪਰੋਂ ਦੀ ਲੰਘਦੇ, ਜਿੱਥੇ ਘਰ ਬਣਾਉਂਦੇ ਆ ਉੱਥੇ ਵੀ ਇਹੀ ਕੁਛ, ਜਿੱਥੇ ਸੜਕਾਂ ਬਣਦੀਆਂ ਨੇ ਚੱਲਦੇ ਆ ਉੱਥੇ ਵੀ ਇਹੀ ਕੁਛ। ਇਸ ਲਈ ਸ਼ੰਕਾ ਕੀ ਕਰਨੀ ਹੋਈ, ਉੱਥੇ ਹੀ ਲੰਗਰ ਤਿਆਰ ਹੋਏ। ਸੂਪਕਾਰ ਤਬ ਤਿਆਰ ਆਹਾਰ ਸੋ। ਇਸ ਤਰ੍ਹਾਂ ਜਿਹੜੇ ਸੂਬਕਾਰ ਦਾਲਾਂ ਪ੍ਰਸਾਦੇ ਬਣਾਉਣ ਵਾਲੇ, ਲੰਗਰ ਸੇਵਾ ਕਰਨ ਵਾਲੇ ਸਨ, ਉਹਨਾਂ ਸੋਹਣੀ ਤਰ੍ਹਾਂ ਨਾਲ ਆਹਾਰ ਤਿਆਰ ਕੀਤਾ। ਘਰ ਉਜਾਏ ਕਰ ਆਨ ਸਥਾਨ। ਇਹ ਵੀ ਭਾਈ ਸਾਹਿਬ ਜੀ ਨੇ ਲਿਖਿਆ ਵੀ ਉੱਥੋਂ ਹਟ ਕੇ ਥੋੜਾ ਜਿਹਾ, ਬਈ ਚਲੋ ਹੁਣ ਇੱਥੇ ਸਾਹਮਣੇ ਹੱਡੀਆਂ ਦਾ ਢੇਰ ਲੱਗਿਆ ਹੋਇਆ, ਪਰ ਬਹੁਤੀ ਦੂਰ ਨਹੀਂ ਗਏ, ਲੱਗ ਗਈ। ਉਹਨਾਂ ਨੇ ਜਾ ਕੇ ਨੇੜੇ ਹੀ ਚੁੱਲ੍ਹੇ ਬਣਾ ਕੇ ਲੰਗਰ ਤਿਆਰ ਕਰ ਲਿਆ। ਲਿਆਏ ਨਿਕਟ ਗੁਰ ਕੋ ਅਚਵਾਇਬ। ਤੇ ਫਿਰ ਥੋੜਾ ਜਿਹਾ ਪਰੇ ਲੰਗਰ ਤਿਆਰ ਕਰਕੇ, ਕਿਉਂਕਿ ਮਰਿਆਦਾ 'ਚ ਵੀ ਵਿਘਨ ਪੈਂਦਾ ਹੈ। ਸਾਹਮਣੇ ਹੁਣ ਜਿੱਥੇ ਮਕਾਨ ਬਣਾਏ ਨੇ ਲੰਘ ਰਹੇ, ਇੱਥੇ ਦਿਖਦੀਆਂ ਤਾਂ ਨਹੀਂ ਪਈਆਂ ਹੱਡੀਆਂ ਜਾਂ ਮਨੁੱਖਾਂ ਦੀਆਂ ਲਾਸ਼ਾਂ, ਪਰ ਜਿੱਥੇ ਸਾਹਮਣੇ ਢੇਰ ਲੱਗਾ ਹੋਵੇ ਉੱਥੇ ਤੇ ਫਿਰ ਲੰਗਰ ਤਿਆਰ ਕਰਨਾ ਤੇ ਛਕਣਾ ਔਖਾ ਹੀ ਹੈ। ਇਸ ਲਈ ਥੋੜਾ ਜਿਹਾ, ਭਾਵੇਂ ਅਸੀਂ ਘਰ ਬਣਾਉਣ ਲੱਗਿਆਂ ਸ਼ੰਕਾ ਨਹੀਂ ਕਰ, ਪਰ ਜੇ ਭੋਜਨ ਤਿਆਰ ਕਰਨਾ ਹੋਵੇ ਫਿਰ ਇਹੋ ਜਿਹੀ ਜਗ੍ਹਾ ਕਰਨਾ ਔਖਾ ਵੀ ਹੁੰਦਾ ਹੈ। ਭਾਵੇਂ ਮਹਾਰਾਜ ਨੇ ਸਾਰਾ ਦੱਸ ਦਿੱਤਾ ਹੈ, ਫਿਰ ਇਹਨਾਂ ਥੋੜਾ ਜਿਹਾ ਪਾਸੇ ਕਰਕੇ ਤੇ ਲਿਆ ਕੇ ਲੰਗਰ ਤਿਆਰ ਕਰਕੇ ਮਹਾਰਾਜ ਜੀਆਂ ਨੂੰ ਛਕਾਇਆ ਹੈ। ਸਗਰੇ ਤ੍ਰਿਪਤ ਪਏ ਪਟ ਬ੍ਰਿੰਦ। ਸਾਰੇ ਸੂਰਮੇ ਤ੍ਰਿਪਤ ਹੋਏ ਭੋਜਨ ਕਰਕੇ। ਇੱਕ ਜਾਮਨੀ ਤਹਾਂ ਬਿਤਾਈ। ਇੱਕ ਰਾਤ ਮਹਾਰਾਜ ਨੇ ਇੱਥੇ ਬਿਤਾਈ, ਤੇ ਮੇਰਾ ਮਨ ਕਹਿੰਦਾ ਹੈ ਵੀ ਹੋਰ ਕੋਈ ਕਾਰਨ ਨਹੀਂ ਇੱਥੇ ਰਾਤ ਬਿਤਾਉਣ ਦਾ। ਜਿਹੜਾ ਕੋਈ ਇਹਨਾਂ 'ਚ ਮੁਕਤ ਹੋਣ ਤੋਂ ਰਹਿ ਗਿਆ, ਗੁਰੂ ਸਾਹਿਬ ਉਹਨੂੰ ਮੁਕਤ ਕਰਦੇ ਪਏ। ਤਾਂ ਹੀ ਤੇ ਉਹ ਹੱਡੀਆਂ ਦਿਖੀਆਂ ਨੇ, ਮਹਾਰਾਜ ਦੇ ਚਰਨ ਪਏ ਨੇ। ਇਹਨਾਂ ਨੂੰ ਵੀ ਮੁਕਤ ਕਰ ਰਹੇ, ਜਿਵੇਂ ਸੱਪ ਨੂੰ ਮੁਕਤ ਕੀਤਾ, ਜਿਵੇਂ ਇਸ ਤਰ੍ਹਾਂ ਹੋਰ ਪਸ਼ੂਆਂ ਨੂੰ ਮੁਕਤ ਕੀਤਾ, ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਨੂੰ ਵੀ ਲੱਗਦਾ ਮੁਕਤ ਕਰਨ ਵਾਸਤੇ ਹੀ ਆਏ ਨੇ। ਦੀਨ ਦਿਆਲੂ ਨੇ, ਲੰਘਦੇ ਪਏ ਨੇ ਤੇ ਇੱਥੇ ਪੜਾਅ ਕਰ ਲਿਆ। ਚਰਨ ਪੈਣ ਨਾਲ ਹੀ ਮੁਕਤੀ ਹੋ ਜਾਂਦੀ ਹੈ। ਸਵੇਰਾ ਹੋਏਗਾ, ਕੀਰਤਨ ਹੋਏਗਾ, ਜਾਪ ਹੋਏਗਾ, ਨਿਤਨੇਮ ਹੋਏਗਾ, ਤੇ ਬਾਣੀ ਦੀਆਂ ਤਰੰਗਾਂ ਨਾਲੇ ਸਾਰਾ ਥਾਂ ਪਵਿੱਤਰ ਹੋ ਜਾਏ। ਇਹ ਆਤਮਾਵਾਂ ਮੁਕਤ ਹੋ ਜਾਵਣਗੀਆਂ ਜਿਹੜੀਆਂ ਰਹਿ ਗਈਆਂ ਹੋਣਗੀਆਂ। ਚੜੇ ਪ੍ਰਾਤ ਸ੍ਰੀ ਹਰਿ ਗੋਬਿੰਦ। ਇਸ ਤਰ੍ਹਾਂ ਫਿਰ ਸਵੇਰਾ ਹੋਇਆ ਤੇ ਮਹਾਰਾਜ ਨੇ ਉੱਥੋਂ ਅੱਗੇ ਪ੍ਰਸਥਾਨ ਕੀਤਾ। ਉਤਰ ਪਰੇ ਪੁਰ ਕਾਂਗੜ ਕੇ ਢਿਗ। ਇਸ ਤਰ੍ਹਾਂ ਫਿਰ ਨਗਰ ਕਾਂਗੜ ਦੇ ਕੋਲ ਮਹਾਰਾਜ ਆ ਕੇ ਉਤਾਰਾ ਕੀਤਾ ਹੈ। ਕਿਰਪਾ ਜੋਧ ਪਰ ਧਰਤ ਬਿਲੰਦ। ਭਾਈ ਜੋਧ ਰਾਏ ਜੀ ਤੇ ਬਹੁਤ ਕਿਰਪਾ ਕਰਦੇ ਹਨ। ਮਿਲਿਓ ਰਹਿ ਨਿਸ ਦਿਨ ਸੁਖ ਪਾਵੈ। ਦਿਨ ਰਾਤ ਮਹਾਰਾਜ ਜੀ ਦੇ ਚਰਨਾਂ ਵਿੱਚ ਹੀ ਰਹਿੰਦਾ ਹੈ ਤੇ ਬੜਾ ਆਨੰਦ ਦਾ ਅਨੁਭਵ ਕਰਦਾ ਹੈ। ਕਰਤੇ ਵਾਰਤਾਲਾਪ ਆਨੰਦ। ਬਹੁਤ ਆਨੰਦਮਈ ਬਚਨ ਮਹਾਰਾਜ ਨਾਲ ਕਰਦਾ ਹੈ ਤੇ ਸਤਿਗੁਰੂ ਵੀ ਇਹਦੇ ਨਾਲ ਬਚਨ ਕਰਦੇ ਹਨ। ਹੱਥ ਜੋੜ ਕਰ ਜੋਧ ਬਖਾਨੀ। ਤੇ ਹੱਥ ਜੋੜ ਕੇ ਭਾਈ ਜੋਧ ਰਾਏ ਜੀ ਨੇ ਬੇਨਤੀ ਕੀਤੀ, ਕਿਰਪਾ ਕਰੋ ਇਮ ਕਿਰਪਾ ਨਿਧਾਨ। ਇਹ ਕਿਰਪਾ ਦੇ ਸਾਗਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਮੇਰੇ ਤੇ ਕਿਰਪਾ ਕਰੋ। ਪਾਵਨ ਕੋ ਕਰ ਪਾਵਨ ਕਰ ਮਮ। ਮਹਾਰਾਜ ਕਹਿਣ ਲੱਗੇ ਤੂੰ ਸਾਡੇ ਨਾਲ ਤਾਂ ਹੈਗਾ, ਹੋਰ ਕੀ ਕਿਰਪਾ ਕਰੀਏ। ਜੰਗ ਵਿੱਚ ਵੀ ਸਾਡੇ ਨਾਲ ਤੇ ਇੱਥੇ ਵੀ ਸਾਡੇ ਅੰਗ ਸੰਗ, ਹੋਰ ਕੀ ਕਿਰਪਾ ਕਰੀਏ। ਕਿਹਾ ਮਹਾਰਾਜ ਸੱਚੇ ਪਾਤਸ਼ਾਹ ਆਪ ਬਾਹਰ ਚਰਨ ਪਾ ਰਹੇ ਹੋ, ਕਿਰਪਾ ਕਰੋ ਤੇ ਘਰ ਦੇ ਅੰਦਰ ਚਰਨ ਪਾਓ ਤੇ ਮੇਰੇ ਘਰ ਨੂੰ ਵੀ ਪਵਿੱਤਰ ਕਰ ਦੇਵੋ। ਪਾਵਨ ਕਰੋ ਦਾਸ ਕੋ ਜਾਨ। ਆਪਣਾ ਦਾਸ ਦਾ ਨਿਵਾਸ ਜਾਣ ਕੇ ਤੇ ਪਾਵਨ ਕਰ ਦਿਓ, ਪਵਿੱਤਰ ਕਰ ਦੇਵੋ। ਅਚਹੁ ਆਹਾਰ ਆਪ ਤਹਿ ਬੈਠੋ। ਮਹਾਰਾਜ ਉੱਥੇ ਬੈਠ ਕੇ ਆਪ ਭੋਜਨ ਕਰੋ, ਘਰ ਪਵਿੱਤਰ ਹੋ ਜਾਵੇ। ਹੁਣ ਚਾਹਤ ਕੀਨੋ ਪ੍ਰਸਥਾਨ। ਤੇ ਫਿਰ ਆਪ ਜਿਵੇਂ ਚਾਹੁੰਦੇ ਹੋ ਉਸ ਤਰ੍ਹਾਂ ਪ੍ਰਸਥਾਨ ਕਰ ਲੈਣਾ, ਪਰ ਇੱਕ ਵਾਰੀ ਮੇਰੇ ਘਰ ਚਰਨ ਜ਼ਰੂਰ ਪਾ ਦੇਵੋ। ਇਹ ਅਬਲਾਖਾ ਪੂਰਨ ਕੀਜੈ। ਮਹਾਰਾਜ ਸੱਚੇ ਪਾਤਸ਼ਾਹ ਇਹ ਮੇਰੀ ਅਭਿਲਾਸ਼ਾ ਹੈ, ਮੇਰੀ ਇੱਛਾ ਹੈ, ਪੂਰੀ ਕਰ ਦੇਵੋ। ਸਰਬ ਕਲਾ ਸਮਰਥ ਗੁਣਵਾਨ। ਇਹ ਸੱਚੇ ਪਾਤਸ਼ਾਹ ਆਪ ਸਰਬ ਕਲਾ ਸਮਰੱਥ ਹੋ ਤੇ ਸਾਰੇ ਮਹਾਗੁਣਾਂ ਦੇ ਧਾਰਨੀ ਤੇ ਮਹਾਗੁਣਾਂ ਦੇ ਮਾਲਕ
ਤੇ ਮਹਾਗੁਣਾਂ ਦੇ ਦਾਤੇ ਹੋ। ਭਏ ਪ੍ਰੇਮ ਬਸ ਬੇਨਤੀ ਮਾਨੀ। ਮਹਾਰਾਜ ਸੱਚੇ ਪਾਤਸ਼ਾਹ ਪ੍ਰੇਮ ਦੇ ਵਸ ਹੋ ਜਾਂਦੇ। ਅੱਜ ਵੀ ਕੋਈ ਸਿੱਖ ਗੁਰਦੁਆਰੇ ਆ ਜਾਏ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਬੇਨਤੀ ਕਰੇ ਬਈ ਸੱਚੇ ਪਾਤਸ਼ਾਹ ਚਲੋ ਮੇਰੇ ਘਰ ਚਰਨ ਪਾਓ, ਅਖੰਡ ਪਾਠ ਦੀ ਦਾਤ ਬਖਸ਼ ਦਿਓ, ਸਹਿਜ ਪਾਠ ਦੀ ਦਾਤ ਬਖਸ਼ ਦਿਓ, ਜਾਂ ਸੰਗਤ ਆਉਣੀ ਹੈ, ਸਮਾਗਮ ਹੋਣਾ, ਚਰਨ ਪਾਓ, ਤੇ ਮਹਾਰਾਜ ਬੇਨਤੀ ਮੰਨ ਲੈਂਦੇ ਕਿ ਨਹੀਂ ਮੰਨ ਲੈਂਦੇ? ਤੇ ਮਹਾਰਾਜ ਬੇਨਤੀ ਮੰਨ ਕੇ ਘਰ ਚਰਨ ਪਾਉਣ ਚਲੇ ਜਾਂਦੇ। ਤੁਹਾਡੇ ਜਿਤਨੇ ਬੈਠੇ ਹੋ ਬਹੁਤਿਆਂ ਦੇ ਘਰ 'ਚ ਗੁਰੂ ਦੇ ਚਰਨ ਪਾਏ ਹੋਏ ਨੇ। ਗੁਰੂ ਗ੍ਰੰਥ ਸਾਹਿਬ ਜੀ ਹੀ ਗੁਰੂ ਨਾਨਕ ਨੇ, ਗੁਰੂ ਗ੍ਰੰਥ ਸਾਹਿਬ ਜੀ ਹੀ ਗੁਰੂ ਗੋਬਿੰਦ ਸਿੰਘ ਜੀ ਨੇ। ਫਰਕ ਕੋਈ ਨਹੀਂ ਹੈ, ਬਸ ਜਾਮੇ ਦਾ ਫਰਕ ਹੈ। ਪਹਿਲਾ ਜਾਮਾ ਬਾਲ ਕਾਲ ਵਿੱਚ ਹੀ, ਬਾਲ ਸਰੂਪ ਵਿੱਚ ਹੀ ਪੂਜਨੀਕ ਸੀ। ਫਿਰ ਦੂਜਾ ਜਾਮਾ ਜਵਾਨੀ ਵਿੱਚ ਆਇਆ, ਤੀਜਾ ਬੁਢਾਪੇ ਵਿੱਚ ਆਇਆ, ਚੌਥਾ ਫਿਰ ਜਵਾਨੀ ਵਿੱਚ ਆਇਆ, ਔਰ ਪੰਜਵਾਂ ਫਿਰ ਇਸ ਤਰ੍ਹਾਂ ਦੇ ਨਾਲ, ਛੇਵਾਂ 11 ਸਾਲ ਦੀ ਉਮਰ ਵਿੱਚ ਫਿਰ ਤਖਤ 'ਤੇ ਬਿਰਾਜੇ। ਇਸ ਤਰ੍ਹਾਂ ਵੱਖ-ਵੱਖ ਸਮੇਂ ਵੱਖ-ਵੱਖ ਤਰ੍ਹਾਂ ਦਾ ਸਰੂਪ ਰਿਹਾ ਹੈ, ਪਰ ਜੋਤ ਵਿੱਚ ਫਰਕ ਨਹੀਂ ਪਿਆ। ਜੋਤ 오ਹਾ ਜੁਗਤ ਸਾਏ, ਸਹਿ ਕਾਇਆ ਫੇਰ ਪਲਟੀ ਹੈ। ਗੁਰੂ ਨਾਨਕ ਨੇ ਦੂਜਾ ਜਾਮਾ ਧਾਰਨ ਕੀਤਾ, ਨਾਮ ਗੁਰੂ ਅੰਗਦ ਦੇਵ ਹੋਇਆ। ਇਸ ਤਰ੍ਹਾਂ ਫਿਰ ਗੁਰੂ ਅਮਰਦਾਸ ਜੀ ਨਾਮ ਹੋਇਆ, ਫਿਰ ਗੁਰੂ ਰਾਮਦਾਸ ਜੀ ਨਾਮ ਹੋਇਆ, ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਨਾਮ ਹੋਇਆ, ਫਿਰ ਗੁਰੂ ਹਰਗੋਬਿੰਦ ਸਾਹਿਬ, ਫਿਰ ਗੁਰੂ ਕਰਤਾ ਹਰ ਰਾਏ। ਹਕ ਪਰਵਰ ਹਕ ਕੇਸ਼ ਗੁਰੂ ਕਰਤਾ ਹਰ ਰਾਏ, ਸੁਲਤਾਨ ਹਮ ਦਰਵੇਸ਼ ਗੁਰੂ ਕਰਤਾ ਹਰ ਰਾਏ। ਫਿਰ ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿਠੈ ਸਭ ਦੁਖ ਜਾਏ। ਫਿਰ ਤੇਗ ਬਹਾਦਰ ਸਿਮਰਿਐ, ਕਰ ਨੌ ਨੇ ਦਇਆ ਮੈਂ ਧਾਏ। ਸਭ ਥਾਈ ਹੋਏ ਸਹਾਏ। ਤੇ ਫਿਰ ਉਹ ਜਾਮਾ ਆਇਆ ਜਿਸ ਦੇ ਜਨਮ ਅਸਥਾਨ 'ਤੇ ਤੁਸੀਂ ਸਾਰੇ ਬੈਠੇ ਹੋ। ਵੱਖ-ਵੱਖ ਸਮੇਂ ਸਰੂਪ ਬਦਲਦੇ ਰਹੇ ਨੇ, ਪਰ ਸੁਭਾਅ ਨਹੀਂ ਬਦਲਦਾ ਰਿਹਾ, ਸੱਤਾ ਨਹੀਂ ਬਦਲਦੀ ਰਹੀ, ਸੋਚ ਵਿਚਾਰ ਧਾਰਾ ਨਹੀਂ ਬਦਲਦੀ ਰਹੀ। ਇਸ ਤਰ੍ਹਾਂ ਹੁਣ ਜਿਹੜਾ ਜਾਮਾ ਹੈ ਉਹ ਜੁਗੋ ਜੁਗਾ ਟਲ ਗੁਰੂ ਗ੍ਰੰਥ ਸਾਹਿਬ ਜੀ ਨੇ, ਇਹ ਸਰੂਪ ਹੈ ਮਹਾਰਾਜ। ਤੇ ਜਦੋਂ ਤੁਸੀਂ ਬੇਨਤੀ ਕਰਦੇ ਹੋ ਮਹਾਰਾਜ ਨਾ ਕਰਦੇ ਨੇ, ਪ੍ਰੇਮ ਵਸ ਹੋ ਕੇ ਕਹਿੰਦੇ ਚੱਲ ਭਾਈ ਗੁਰਸਿੱਖਾ ਤੇਰੇ ਘਰ ਚਰਨ ਪਾ ਆਉਂਦੇ ਆ, ਤੇਰੀ ਮਰਜ਼ੀ ਹੈ, ਤੂੰ 3 ਦਿਨਾਂ ਵਿੱਚ ਸਾਨੂੰ ਇੱਥੇ ਫੇਰ ਛੱਡ ਜਾਈ, ਤੇਰੀ ਮਰਜ਼ੀ ਹੈ ਮਹੀਨੇ 'ਚ ਛੱਡ ਜਾਈ, ਤੇਰੀ ਮਰਜ਼ੀ ਆਪਣੇ ਘਰ ਹੀ ਪ੍ਰਕਾਸ਼ ਕਰ ਲਈ। ਇਹ ਗੁਰੂ ਪਾਤਸ਼ਾਹ ਪ੍ਰੇਮ ਵਸ ਹੋ ਜਾਂਦਾ। ਇਸ ਤਰ੍ਹਾਂ ਮਹਾਰਾਜ ਪ੍ਰੇਮ ਵਸ ਹੋ ਕੇ ਤੇ ਬੇਨਤੀ ਮੰਨ ਲਈ ਗਰੀਬ ਨਿਵਾਜ ਜੀ ਨੇ। ਗੁਰੂ ਗਰੀਬ ਨਿਵਾਜ ਕਿਰਪਾਲ, ਕਿਰਪਾ ਦੇ ਸਾਗਰ, ਕਿਰਪਾ ਦੇ ਘਰ ਗੁਰੂ ਗਰੀਬ ਨਿਵਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਭਾਈ ਜੋਧ ਰਾਏ ਦੀ ਰਸੋਈ ਘਰ ਵਿੱਚ ਚਰਨ ਪਾਉਣੇ ਪ੍ਰਵਾਨ ਕਰ ਲਿਆ। ਲੈ ਕਰ ਗਮਨਿਓ ਸਦਨ ਆਪਨੇ, ਮਹਾਰਾਜ ਜੀ ਨੂੰ ਨਾਲ ਲੈ ਕੇ ਆਪਣੇ ਮਹਿਲ ਵਿੱਚ ਆਇਆ ਹੈ। ਰੁਚਰਾਸਨ ਇੱਕ ਡਾਸ ਵਿਸਾਲ, ਬਹੁਤ ਸੋਹਣਾ ਇੱਕ ਡਾਸ ਪਲੰਗ ਵਿਸ਼ਾਲ ਵੱਡਾ ਡਾਇਆ ਗਿਆ ਹੈ। ਘਰ ਕੋ ਜੋਰ ਬਿਠਾਵਨ ਕੀਨੇ, ਤੇ ਹੱਥ ਜੋੜ ਕੇ ਸੀਸ ਝੁਕਾ ਕੇ ਵਿਨਮਰਤਾ ਸਹਿਤ ਬੇਨਤੀ ਕੀਤੀ ਮਹਾਰਾਜ ਇੱਥੇ ਬਿਰਾਜੋ। ਦੰਪਤ ਆਏ ਹਰਖ ਤਿਸ ਕਾਲ, ਦੋਵੇਂ ਜੀ ਨਾਲ ਇਹਨਾਂ ਦੀ ਪਤਨੀ ਵੀ ਹੈ ਤੇ ਆਪ ਵੀ ਬਹੁਤ ਪ੍ਰਸੰਨ ਹੈ। ਜਲ ਕਰ ਧਾਰ ਜੋਦ ਤਬ ਡਾਰਤ, ਇਸ ਤਰ੍ਹਾਂ ਮਹਾਰਾਜ ਜੀ ਦੇ ਹਸਤ ਕਮਲਾਂ ਤੇ ਜਲ ਦੀ ਧਾਰਾ ਭਾਈ ਜੋਧ ਪਾ ਰਿਹਾ ਹੈ, ਹੱਥ ਧੁਆ ਰਿਹਾ ਹੈ। ਚਰਨ ਭਰ ਜਾ ਭਲੇ ਪਖਾਲ, ਤੇ ਜਲ ਦੀ ਧਾਰਾ ਜਲ ਪਾ ਰਹੇ ਨੇ ਭਾਈ ਜੋਧ ਰਾਏ ਜੀ ਆਪਣੇ ਹੱਥ ਨਾਲ, ਤੇ ਚਰਨਾਂ ਤੇ ਜਲ ਪਾ ਰਹੇ। ਤੇ ਉਹਨਾਂ ਦੇ ਘਰੋਂ ਬੀਬੀ ਜਿਹੜੀ ਹੈ ਉਹ ਮਹਾਰਾਜ ਜੀ ਦੇ ਚਰਨ ਧੋਂਦੀ ਪਈ, ਮਹਾਰਾਜ ਜੀ ਦੇ ਚਰਨ ਧੁਲਾ ਰਹੇ ਹਨ। ਚਰਨਾ ਅੰਮ੍ਰਿਤ ਕੋ ਪਾਨ ਕਰਿਓ ਜੁਗ, ਫਿਰ ਇਸ ਤਰ੍ਹਾਂ ਚਰਨ ਧੋ ਕੇ ਉਹਨਾਂ ਦਿਨਾਂ 'ਚ ਮਰਿਆਦਾ ਇਹੀ ਸੀ, ਚਰਨਾ ਅੰਮ੍ਰਿਤ ਪੀਤਾ ਹੈ ਸਭ ਨੇ ਪਾਨ ਕੀਤਾ। ਸੀਸ ਬਿਲੋਚਣ ਕੋ ਤਬ ਲਾਏ, ਆਪਣੇ ਮਸਤਕ ਤੇ ਲਾਇਆ, ਆਪਣੇ ਨੇਤਰਾਂ ਤੇ ਵੀ ਜਲ ਦੇ ਛੱਟੇ ਮਾਰੇ। ਸਦਨ ਕਰਿਓ ਛਿਰਕਾਵਨ ਸਾਰੇ, ਔਰ ਇਸ ਤਰ੍ਹਾਂ ਫਿਰ ਸਾਰੇ ਘਰ ਵਿੱਚ ਵੀ
ਉਹ ਚਰਨਾਮ੍ਰਿਤ ਦਾ ਛੱਟਾ ਦਿੱਤਾ। ਸਤਿਗੁਰ ਸਰਦਾ ਅਧਿਕ ਵਧਾਏ, ਮਹਾਰਾਜ ਸੱਚੇ ਪਾਤਸ਼ਾਹ ਪ੍ਰਤੀ ਬਹੁਤ ਸ਼ਰਧਾ ਹੈ ਇਹਨਾਂ ਦੀ। ਨਾਨਾ ਵਿਧ ਕੇ ਸਵਾਦਲ ਭੋਜਨ, ਤੇ ਤਰ੍ਹਾਂ ਤਰ੍ਹਾਂ ਦੇ ਬਹੁਤ ਸਵਾਦ ਵਾਲੇ ਭੋਜਨ ਥਾਰ ਪਰੋਸ ਆਪ ਹੀ ਲਿਆਏ। ਤੇ ਆਪਣੇ ਹੱਥਾਂ ਨਾਲ ਥਾਲ ਤਿਆਰ ਕਰਕੇ ਸੋਹਣੇ ਸਫੈਦ ਬਸਤਰ ਨਾਲ ਉੱਪਰੋਂ ਢੱਕ ਕੇ ਲਿਆ ਕੇ ਮਹਾਰਾਜ ਜੀ ਦੇ ਸਾਹਮਣੇ ਰੱਖਿਆ ਹੈ। ਘਰ ਆਗੇ ਨਿਜਲੇ ਰੁਮਾਲ ਕਰ, ਔਰ ਇਸ ਤਰ੍ਹਾਂ ਮਹਾਰਾਜ ਜੀ ਦੇ ਅੱਗੇ ਰੱਖ ਕੇ ਤੇ ਆਪ ਦੋਵੇਂ ਜੀ ਰੁਮਾਲ ਲੈ ਕੇ ਖੜੇ ਹੋ ਗਏ, ਬਈ ਕੋਈ ਮੱਖੀ ਆਦਿਕ ਨਾ ਬੈਠ ਜਾਏ ਚੱਲਣ ਵਾਸਤੇ। ਦੰਪਤ ਠਾਂਡੇ ਅਸਨ ਅਚਾਏ, ਦੋਵਾਂ ਜੀਆਂ ਨੇ ਇਸ ਤਰ੍ਹਾਂ ਖੜੇ ਹਨ ਤੇ ਮਹਾਰਾਜ ਜੀ ਭੋਜਨ ਕਰ ਰਹੇ ਹਨ। ਇਹੋ ਸਵਾਦਲ ਭੋ ਮਧੁਰ ਬਨੂ ਪ੍ਰਭ, ਤੇ ਨਾਲੇ ਕਹਿੰਦੇ ਨੇ ਮਹਾਰਾਜ ਇਹ ਥੋੜਾ ਜਿਹਾ ਹੋਰ ਲਓ, ਇਹ ਬੜਾ ਸਵਾਦ ਬਣਿਆ। ਭਾਈ ਜੋਧ ਰਾਏ ਜੀ ਦੀ ਸੁਪਤਨੀ ਕਹਿ ਰਹੇ ਨੇ ਸੱਚੇ ਪਾਤਸ਼ਾਹ ਇਹ ਚਟਨੀ ਤਾਂ ਮੈਂ ਆਪਣੇ ਹੱਥਾਂ ਨਾਲ ਬਣਾਈ, ਇਹ ਚੀਜ਼ ਤਾਂ ਮੈਂ ਬਣਾਈ। ਤੇ ਮਹਾਰਾਜ ਹੱਸ ਕੇ ਕਹਿੰਦੇ ਨੇ ਬਾਕੀ ਸਾਰੀਆਂ ਵੀ ਤੁਸੀਂ ਹੀ ਬਣਾਈਆਂ, ਹੋਰ ਕਿਸ ਨੇ ਬਣਾਈਆਂ? ਭਾਵ ਇਸ ਤਰ੍ਹਾਂ ਕਹਿ ਕੇ ਮਹਾਰਾਜ ਨੂੰ ਪ੍ਰੇਮ ਨਾਲ ਸਭ ਕੁਝ ਬਣਾਇਆ ਇਹਨਾਂ ਨੇ, ਤਿਆਰ ਇਹਨਾਂ ਨੇ ਕੀਤਾ, ਹੋਰ ਕਿਸੇ ਨੇ ਨਹੀਂ ਕੀਤਾ। ਪਰ ਕਹਿ ਕੇ ਮਹਾਰਾਜ ਨੂੰ ਥੋੜਾ ਜਿਹਾ ਇਹ ਹੋਰ ਲਓ, ਇਹ ਬੜੀ ਸਵਾਦ ਚਟਨੀ ਹੈ, ਬੜਾ ਸਵਾਦ ਅਚਾਰ ਮਹਾਰਾਜ, ਇਹ ਬੜਾ ਸਵਾਦ ਦਾਲਾ ਹੈ, ਇਹ ਸਬਜ਼ੀ ਬੜੀ ਸਵਾਦ ਹੈ, ਇਹ ਤਾਂ ਸਾਡੇ ਖੇਤਾਂ ਦੀ ਹੈ। ਇਸ ਤਰ੍ਹਾਂ ਬੇਨਤੀਆਂ ਕਰ ਕਰਕੇ ਤੇ ਮਹਾਰਾਜ ਨੂੰ ਛਕਾ ਰਹੇ ਨੇ ਤੇ ਸਤਿਗੁਰੂ ਪਾਤਸ਼ਾਹ ਪ੍ਰੇਮ ਨਾਲ ਛਕ ਰਹੇ ਹਨ। ਇਹ ਬਹੁਤ ਤੁਰਸ ਸਲਵਨ ਪ੍ਰਕਾਰ, ਮਹਾਰਾਜ ਸੱਚੇ ਪਾਤਸ਼ਾਹ ਇਹ ਨਮਕੀਨ ਹੈ, ਮਿਰਚ ਵਾਲਾ ਹੈ। ਹਿਮ ਕਹਿ ਕਰਬੋ ਧਰ ਧਰ ਭਾਊ, ਇਸ ਤਰ੍ਹਾਂ ਬੇਨਤੀਆਂ ਕਰ ਕਰਕੇ ਬਹੁਤ ਭਾਵਨਾ ਸਹਿਤ ਸਨੇ ਸਨੇ ਅਚਵਾਏ ਆਹਾਰ, ਮਹਾਰਾਜ ਸੱਚੇ ਪਾਤਸ਼ਾਹ ਹੌਲੀ ਹੌਲੀ ਚਬਾ ਚਬਾ ਕੇ ਆਹਾਰ ਕਰ ਰਹੇ ਨੇ, ਭੋਜਨ ਕਰ ਰਹੇ ਨੇ। ਇਹ ਦੋਵੇਂ ਜੀ ਅਤ ਆਨੰਦਿਤ ਹੋ ਰਹੇ ਹਨ। ਮਹਾਰਾਜ ਇਹ ਅਪਰ ਅਸਨ ਸੈ, ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦੇ ਨੇ ਮਹਾਰਾਜ ਇਹ ਹੋਰ ਚੀਜ਼ ਹੈ, ਇਹ ਵੀ ਲਓ ਥੋੜੀ ਜਿਹੀ। ਜੈ ਸਵਾਦ ਕਰਿਓ ਹਿਤ ਧਾਰ, ਮਹਾਰਾਜ ਸੱਚੇ ਪਾਤਸ਼ਾਹ ਬਸ ਸਵਾਦ ਹੀ ਦੇਖ ਲਓ, ਇਹ ਬਹੁਤ ਸਵਾਦ ਬਣੀ ਹੋਈ ਹੈ। ਹਿਮ ਕੈ ਨਏ ਨਏ ਧਰ ਆਗੈ, ਇਸ ਤਰ੍ਹਾਂ ਨਵੇਂ ਨਵੇਂ ਪਦਾਰਥ ਮਹਾਰਾਜ ਜੀ ਦੇ ਅੱਗੇ ਰੱਖ ਰਹੇ ਹਨ। ਕਰ ਹੈ ਰਿਝਾਵਨ ਗੁਰੂ ਉਦਾਰ, ਤੇ ਉਦਾਰਤਾ ਦੇ ਮਹਾਸਾਗਰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਰਿਝਾ ਰਹੇ ਹਨ, ਪ੍ਰਸੰਨ ਕਰ ਰਹੇ ਹਨ। ਸਾਧ ਸੰਗਤ ਭੋਜਨ ਜਿੰਨਾ ਮਰਜ਼ੀ ਸਵਾਦ ਬਣਿਆ ਹੋਵੇ, ਪਰ ਛਕਾਉਣ ਵਾਲੇ ਦੀ ਰਸਨਾ ਵੀ ਰਸਮਈ ਹੋਵੇ ਨਾ ਤੇ ਫਿਰ ਸਵਾਦ ਵੱਧ ਜਾਂਦਾ। ਤੇ ਜੇ ਭੋਜਨ ਤੇ ਸਵਾਦ ਬਣਿਆ ਹੋਵੇ, ਦਾਲ ਸਬਜ਼ੀ ਕੋਈ ਥੱਲੇ ਨਾ ਲੱਗੀ ਹੋਵੇ, ਪ੍ਰਸ਼ਾਦਾ ਵੀ ਕੋਈ ਸੜਿਆ ਨਾ ਹੋਵੇ, ਪਰ ਛਕਾਉਣ ਵਾਲੇ ਦੇ ਬੋਲ ਗੁੱਸੇ ਵਾਲੇ ਹੋਣ ਨਾ, ਫਿਰ ਸਾਰਾ ਕੁਝ ਬੇਸਵਾਦ ਹੋ ਜਾਂਦਾ। ਇਸ ਤਰ੍ਹਾਂ ਇਹ ਛਕਾ ਵੀ ਬੜੇ ਰਸਕ ਅੰਦਾਜ਼ ਵਿੱਚ ਰਹੇ ਹਨ। ਤ੍ਰਿਪਤ ਪਏ ਸੁੰਦਰ ਜਲ ਸੀਤਲ, ਇਸ ਤਰ੍ਹਾਂ ਮਹਾਰਾਜ ਜੀ ਤ੍ਰਿਪਤ ਹੋਏ ਭੋਜਨ ਛਕ ਕੇ ਤੇ ਸੁੰਦਰ ਬਰਤਨ ਵਿੱਚ ਸੀਤਲ ਜਲ ਹੈ। ਸਿੱਖ ਸੁਤਾਲੇ ਕਰਨ ਜਹਾਥ, ਸਿੱਖ ਪੁੱਤਰੀ ਕੋਲੋਂ ਮਹਾਰਾਜ ਜੀ ਨੇ ਆਪਣੇ ਹੱਥ ਨਾਲ ਲਿਆ, ਪ੍ਰਾਪਤ ਕੀਤਾ। ਦਿਓ ਪਾਨ ਕਰ ਵੇਕੋ ਤਿਸ ਛਿਨ, ਉਸਨੇ ਝਟਪਟ ਮਹਾਰਾਜ ਜੀ ਨੂੰ ਜਲ ਦਾ ਕਟੋਰਾ ਪਕੜਾਇਆ, ਲੈ ਕਰ ਪੀਵਤ ਭੇ ਜਗਨਨਾਥ। ਤੇ ਸਾਰੇ ਬ੍ਰਹਮੰਡ ਦੇ ਮਾਲਕ ਨੇ ਆਪ ਸਿੱਖ ਪੁੱਤਰੀ ਕੋਲੋਂ ਭਾਈ ਜੋਧ ਰਾਏ ਜੀ ਦੀ ਸੁਪਤਨੀ ਕੋਲੋਂ ਕਟੋਰਾ ਜਲ ਦਾ ਲੈ ਕੇ ਆਪ ਜਲ ਛਕਿਆ। ਕਰਿਓ ਚੁਰਾ ਅਰਪਾਨ ਪਖਾਹੇ, ਇਸ ਤਰ੍ਹਾਂ ਮਹਾਰਾਜ ਜੀਆਂ ਨੇ ਚੁਲਾ ਕੀਤਾ ਤੇ ਹੱਥ ਧੋਤੇ। ਪ੍ਰੇਮ ਪਰਖ ਲਖ ਸਰਦਾ ਸਾਥ, ਦੇਖਿਆ ਬਹੁਤ ਪ੍ਰੇਮ ਤੇ ਸ਼ਰਧਾ ਨਾਲ ਸੇਵਾ ਕਰ ਰਹੇ ਹਨ। ਵਰ ਕੋ ਦੇਤ ਪਏ ਸ੍ਰੀ ਜਗ ਗੁਰ, ਮਹਾਰਾਜ ਸੱਚੇ ਪਾਤਸ਼ਾਹ ਜਗਤ ਗੁਰੂ ਦੇਵ ਜੀ ਨੇ ਇਹਨਾਂ ਨੂੰ ਵਰਦਾਨ ਦਿੱਤੇ ਹਨ। ਦੰਪਦ ਪਦ ਧਾਰਿਓ ਮਾਥ, ਤੇ ਇਸ ਤਰ੍ਹਾਂ ਜਬ ਜੰਪਦ ਦੰਪਦ ਪਦ ਧਾਰਿਓ ਮਾਥ, ਦੋਵਾਂ ਜੀਆਂ ਨੇ ਮਹਾਰਾਜ ਦੇ ਚਰਨ ਕਮਲਾਂ ਤੇ ਸੀਸ ਰੱਖਿਆ। ਮਹਾਰਾਜ ਬਹੁਤ ਆਸੀਸਾਂ ਦੇ ਰਹੇ ਹਨ। ਤੁਮਰੇ ਉਰ ਗੁਰਮਤ ਹੋਏ ਪ੍ਰਾਪਤ, ਆਖਿਆ ਤੁਹਾਡੇ ਹਿਰਦਾ ਸਦਾ ਹੀ ਗੁਰਮਤ ਨਾਲ ਜੁੜਿਆ ਰਹੇਗਾ।
ਹਿਰਦੇ ਵਿੱਚ ਗੁਰਮਤਿ ਬਣੀ ਰਹੇਗੀ। ਹਮ ਪਰਲੋਕ ਮੈਂ ਬਨਹਿ ਸਹਾਏ। ਤੇ ਅਸੀਂ ਤੁਹਾਡੇ ਲੋਕ ਪਰਲੋਕ ਵਿੱਚ ਸਹਾਈ ਹਾਂ। ਭਗਤ ਗਿਆਨ ਅਭਿਆਸੋ ਦੰਪਤ। ਭਗਤੀ ਕਰੋ, ਨਾਮ ਜਪੋ, ਇਹ ਬ੍ਰਹਮ ਗਿਆਨ ਪ੍ਰਾਪਤ ਕਰੋ, ਅਭਿਆਸ ਕਰੋ। ਸਤਨਾਮ ਸਿਮਰੋ ਲਿਵ ਲਾਏ। ਤੇ ਸਦਾ ਧਿਆਨ ਲਾ ਕੇ ਸਤਨਾਮ ਵਾਹਿਗੁਰੂ ਦਾ ਜਾਪ ਕਰੋ। ਪ੍ਰਭ ਭਾਣਹਿ ਮੈਂ ਹਰਖੋ ਹਿਤ ਧਰ। ਪਰਮਾਤਮਾ ਦੇ ਭਾਣੇ 'ਚ ਸਦਾ ਹੀ ਪ੍ਰਸੰਨ ਰਹੋ। ਹਉ ਮੈਂ ਤਿਆਗ ਹੋ ਮਿਥਿਆ ਭਾਏ। ਹਉਮੈ ਨੂੰ, ਮਿਥਿਆ ਨੂੰ ਤਿਆਗ ਦੇਵੋ। ਅਨਹੋਵਤ ਹੀ ਉਪਜੀ ਹੈ ਮਹਿ। ਇਸ ਤਰ੍ਹਾਂ ਬਿਨਾਂ ਹੁੰਦੀ ਹੋਈ ਵੀ ਹਉਮੈ ਦਾ ਕੋਈ ਆਕਾਰ ਨਹੀਂ, ਅਣਹੋਂਦੀ ਹੀ ਇਹ ਹਿਰਦੇ ਵਿੱਚ ਪੈਦਾ ਹੋ ਜਾਂਦੀ ਹੈ। ਲਖੋ ਸਰੂਪ ਜੋ ਸਹਿਜ ਸੁਭਾਏ। ਜਿਹੜਾ ਆਪਣਾ ਸਰੂਪ ਹੈ ਉਸ ਦੀ ਲਖਤਾ ਹਾਸਲ ਕਰੋ। ਹੁਤੋ ਭੂਤ ਜੋ ਰਹਿ ਭਵਿਖਯਤ। ਜਿਹੜਾ ਸਰੂਪ ਪਹਿਲਾਂ ਵੀ ਸੀ ਤੇ ਹੁਣ ਵੀ ਹੈ ਤੇ ਸਤਿ ਫਿਰ ਵੀ ਆਉਣ ਵਾਲੇ ਸਮੇਂ ਵਿੱਚ ਵੀ ਰਹੇਗਾ, ਉਹ ਕਿਹੜਾ ਹੈ? ਸਤ ਚੇਤਨ ਆਨੰਦ ਪ੍ਰਮਾਨ। ਉਹ ਸਦਾ ਸੱਚ ਦਾ ਆਨੰਦ। ਮਹਾਰਾਜ ਕਹਿੰਦੇ ਸਤਰੰਗ ਪ੍ਰਣਾਸੀ ਕਰੀਮਲ ਕੁਨਿੰਦਾ ਸਮਸਤੁਲ ਨਿਵਾਸੀ। ਸਤ ਚਿਤ ਆਨੰਦ ਭਾਵ ਪਰਮਾਤਮਾ ਜੋ ਸਦਾ ਹੀ ਹੈ, ਉਸ ਨੂੰ ਜਾਣੋ, ਪਛਾਣੋ, ਉਸ ਨਾਲ ਜੁੜੋ। ਸੋ ਸਰੂਪ ਤੁਮ ਆਪਣੋ ਜਾਨੋ। ਉਹ ਪਰਮਾਤਮਾ ਸਰੂਪ ਹੀ ਆਤਮਾ ਸਰੂਪ ਹੈ, ਆਪਣਾ ਸਮਝੋ। ਨਹਿ ਉਪਜੈ ਨਾ ਹੋਵਤ ਹਾਨ। ਜਿਹੜਾ ਕਦੀ ਨਾ ਜੰਮਦਾ ਹੈ ਤੇ ਨਾ ਮਰਦਾ ਹੈ। ਸੂਖਮ ਤੇ ਅਤ ਸੂਖਮ ਹੈ ਨਿਤ। ਉਹ ਬਹੁਤ ਸੂਖਮ ਤੋਂ ਵੀ ਸੂਖਮ ਹੈ ਤੇ ਸਦੀ ਵੀ ਹੈ। ਅਹ ਮਹਦ ਤੇ ਮਹਦ ਮਹਾਨ। ਵੱਡੇ ਤੋਂ ਵੀ ਵੱਡਾ ਹੈ। ਅੰਤ ਹੈ ਕਰਨ ਉਪਾਦੀ ਸੋ ਮਿਲ। ਇਸ ਤਰ੍ਹਾਂ ਅੰਤਸ ਕਰਨ ਦੀ ਸਮਾਧੀ ਵਿੱਚ ਜੁੜਨਾ ਹੈ, ਉਹ ਪਦਵੀ ਪ੍ਰਾਪਤ ਹੋ ਜਾਂਦੀ ਹੈ। ਇੰਦਰੈ ਸੋ ਸੰਬੰਧ ਪੁਨ ਠਾਨ। ਮਿਲ ਇੰਦਰੀਏ ਸੋ ਸੰਬੰਧ ਪੁਨ ਠਾਨ। ਉਸ ਨਾਲ ਮਿਲਣਾ ਹੈ ਤੇ ਫਿਰ ਉਸ ਦੇ ਸਾਰੀ ਸੇਵਾ ਹੱਥਾਂ ਆਦਿਕ ਨਾਲ ਕਰਨੀ ਹੈ। ਹਰਕ ਸੋਗ ਕੋ ਭਾਗੀ ਬਨ ਕਰ। ਇਸ ਤਰ੍ਹਾਂ ਹਰਕ ਸੋਗ ਦਾ ਭਾਗੀ ਬਣ ਕੇ ਜਨਮ ਮਰਨ ਕੋ ਪੁਨ ਪੁਨ ਪਾਏ। ਜਿਹੜਾ ਇੰਦਰੀਆਂ ਦੇ ਰਸਾਂ 'ਚ ਪਿਆ ਰਹਿੰਦਾ ਹੈ, ਪ੍ਰਮਾਤਮਾ ਨਾਲ ਨਹੀਂ ਮਿਲਦਾ, ਉਹ ਬਾਰ-ਬਾਰ ਜੰਮਦਾ ਮਰਦਾ ਹੈ ਤੇ ਦੁੱਖਾਂ ਦਾ ਭਾਗੀ ਬਣਦਾ ਹੈ। ਨਹਿ ਸੰਖਿਆ ਪੂਰਬ ਤਨ ਧਾਰਨ। ਪਤਾ ਨਹੀਂ ਪਿੱਛੇ ਕਿੰਨੇ ਸਰੀਰ ਉਹਨੇ ਧਾਰਨ ਕੀਤੇ ਹੁੰਦੇ ਨੇ, ਉਹਨਾਂ ਦੀ ਕੋਈ ਗਿਣਤੀ ਨਹੀਂ ਹੁੰਦੀ। 84 ਲੱਖ ਜੂਨ ਭਰਮਾਏ। ਉਹ 84 ਲੱਖ ਜੂਨੀਆਂ ਵਿੱਚ ਭਰਮਦਾ ਰਹਿੰਦਾ। ਗਰੁੜ ਪੁਰਾਣ ਦਾ ਇਹ ਜ਼ਿਕਰ ਹੈ ਵੀ ਜੂਨੀਆਂ 84 ਲੱਖ ਨੇ, ਤਤ 5 ਨੇ ਇਤਿਆਦਕ ਇਹਨਾਂ ਸ਼ਾਸਤਰਕਾਰਾਂ ਨੇ ਲਿਖਿਆ ਹੋਇਆ। ਪਰ ਸਿਰਫ ਜੂਨੀਆਂ 84 ਲੱਖ ਹੀ ਨਹੀਂ, ਅਨੰਤ ਨੇ, ਪਤਾ ਨਹੀਂ ਕਿਤਨੀਆਂ। ਜੇ ਪ੍ਰਮਾਤਮਾ ਕੋਲ ਸਿਰਫ 84 ਲੱਖ ਹੀ ਜੂਨਾਂ ਨੇ ਤੇ ਫਿਰ ਇੰਜ ਕਹਿਣਾ ਪਏਗਾ ਵੀ ਇੱਕ ਫੈਕਟਰੀ ਹੈ ਜਿਹਦੇ 'ਚ ਡਾਈਆਂ ਨੇ 84 ਲੱਖ, ਕੁਝ ਪਾ ਕੇ ਬਣਾਈ ਜਾਂਦਾ, ਫਿਰ ਉਹੀ ਕਰੀ ਜਾਂਦਾ। ਨਹੀਂ, ਉਹਦੇ ਕੋਲ ਨਵੀਆਂ ਨਵੀਆਂ ਅਨੰਤ ਜੂਨਾਂ, ਗਿਣਨ ਮਿਣਨ ਤੋਂ ਬਾਹਰ ਹੀ ਆਣ। ਇੱਕ ਸਟੈਂਡਰਡ ਜਿਹੀ ਗਿਣਤੀ ਚਲੀ ਆਉਂਦੀ ਹੈ ਵੀ ਇੰਨੀਆਂ ਕੁ ਹੈਗੀਆਂ ਨੇ, ਹੈ ਅਨੰਤ। ਆਗੇ ਯੁਗ ਅਸੰਖ ਮਹਿ ਜਾਨੋ। ਫਿਰ ਅੱਗੇ ਯੁੱਗ ਵੀ 4 ਮੰਨੇ ਗਏ ਨੇ, ਗਿਣਤੀ ਹੈ ਇੱਕ ਸਟੈਂਡਰਡ ਜਿਹੀ ਗਿਣਤੀ ਹੈ। ਪਰ ਮਹਾਰਾਜ ਕਹਿਣ ਲੱਗੇ ਅਸੰਖ ਨੇ, ਗਿਣਤੀ ਮਿਣਤੀ ਕੋਈ ਨਹੀਂ। ਅਸੰਖ ਯੁੱਗਾਂ ਤੱਕ ਧਰ ਹੈ ਦੇਹ ਭੋਗ ਹੈ ਬਿਨਸਾਏ। ਇਸ ਤਰ੍ਹਾਂ ਇਹ ਸਾਰੇ ਜਿਹੜੇ ਗੁਰੂ ਨਾਲ ਨਹੀਂ ਜੁੜਦੇ, ਨਾਮ ਨਾਲ ਨਹੀਂ ਜੁੜਦੇ, ਉਹ ਬਾਰ-ਬਾਰ ਸਰੀਰ ਧਾਰਨ ਕਰਦੇ ਹਨ, ਜੰਮਦੇ ਮਰਦੇ ਹਨ। ਬਾਰ ਬਾਰ ਜਮ ਕੈ ਬਸ ਪਰ ਕੈ। ਬਾਰ-ਬਾਰ ਜੰਮਦੇ ਨੇ, ਮਰਦੇ ਨੇ, ਜਮਾਂ ਦੇ ਵਸ ਪੈਂਦੇ ਹਨ। ਊਚ ਕੈ ਨੀਚ ਹਰਟ ਕੈ ਭਾਏ। ਜਿਵੇਂ ਖੂਹ ਵਿੱਚ ਟਿੰਡਾਂ ਕਦੀ ਉੱਤੇ ਕਦੀ ਨੀਵੇਂ ਫਿਰਦੀਆਂ ਰਹਿੰਦੀਆਂ ਖੂਹ 'ਚ ਹੀ ਨੇ। ਕਦੀ ਖਾਲੀ ਹੋ ਗਈਆਂ, ਕਦੀ ਭਰ ਗਈਆਂ, ਕਦੀ ਥੱਲੇ ਆ ਗਈਆਂ, ਕਦੀ ਉੱਤੇ ਚਲੀਆਂ ਗਈਆਂ, ਪਰ ਰਹਿੰਦੀਆਂ ਖੂਹ 'ਚ ਹੀ ਨੇ। ਇਸ ਤਰ੍ਹਾਂ ਕਦੀ ਨੀਵੀਆਂ ਜੂਨਾਂ, ਤ੍ਰਿਗਤ ਜੋਨੀਆਂ, ਕਦੀ ਕੁਝ ਚੰਗੀਆਂ ਜੂਨੀਆਂ 'ਚ ਪਾ ਜਾਂਦੇ ਨੇ, ਗਊ ਆਦਿਕ, ਪਰ ਰਹਿੰਦੇ ਜੂਨਾਂ ਵਿੱਚ ਹੀ ਨੇ। ਗੁਰੂ ਬਿਨਾ ਮੁਕਤੀ ਨਹੀਂ ਹੁੰਦੀ। ਜਹ ਤਨ ਧਰ ਹੈ ਥਿਰ ਹੈ ਨਹਿ ਕਿਤਹੂ। ਔਰ ਇਸ ਤਰ੍ਹਾਂ ਦੇ ਨਾਲ ਭਾਈ ਸਾਹਿਬ ਲਿਖਦੇ ਨੇ, ਜਹ ਤਨ ਧਰੈ ਥਰੈ ਨਹਿ ਕਿਤਹੂ। ਜਲਦੇ ਰਹਿੰਦੇ ਨੇ, ਆ ਤਨ ਮੁੱਕ ਗਿਆ, ਦੂਜਾ ਤਨ ਧਾਰਨ ਕਰ ਲਿਆ। ਇਸ ਤਰ੍ਹਾਂ ਟਿਕਾਣਾ ਨਹੀਂ ਬਣਦਾ। ਬਿਨ ਤਨ ਰਹਿ ਨਹੀਂ ਕਿਸ ਕਾਲ। ਔਰ ਇਸ ਤਰ੍ਹਾਂ ਬਿਨਾਂ ਕਿਸੇ ਸਰੀਰ ਦੇ ਭਾਵ ਫਿਰ ਨਵੀਆਂ ਨਵੀਆਂ ਜੋਨਾਂ ਧਾਰਨ ਕਰਦੇ ਨੇ।
ਇੱਕ ਸਮਾਂ ਵੀ ਕਿਸੇ ਜੂਨ ਤੋਂ ਬਿਨਾਂ ਨਹੀਂ ਰਹਿੰਦੇ। ਜਾਂ ਤੇ ਬੜ ਸੰਕਟ ਕੋ ਤਿਆਗਨ, ਇਸ ਲਈ ਇਹ ਜੰਮਣ ਮਰਨ ਦੇ ਵੱਡੇ ਸੰਕਟ ਤੋਂ ਖਲਾਸੀ ਪਾਉਣ ਲਈ ਕਰ ਹੈ ਭਲੇ ਨਰ ਜਤਨ ਵਿਸਾਲ। ਚੰਗੇ ਲੋਕ ਬੜੇ ਵੱਡੇ ਵੱਡੇ ਯਤਨ ਕਰਦੇ ਹਨ। ਇੱਕ ਸਿਮਰਨ ਸਤਨਾਮ ਕਰੇ, ਭਾਵੇਂ ਜਿਤਨੇ ਮਰਜ਼ੀ ਹੋਰ ਯਤਨ ਕਰੋ, ਉਹਨਾਂ ਕਰਕੇ ਜੂਨਾਂ ਤੋਂ ਨਹੀਂ ਬਚਿਆ ਜਾਂਦਾ, ਪਰ ਇੱਕ ਨਾਮ ਸਿਮਰਨ ਜਿਹੜਾ ਹੈਗਾ ਹੈ ਫਸਿਓ ਰਹਿ ਏ ਨਿਤ ਜਮ ਕਾਲ। ਔਰ ਇਸ ਤਰ੍ਹਾਂ ਦੇ ਨਾਲ ਜਿਨ੍ਹਾਂ ਦੇ ਹਿਰਦੇ ਵਿੱਚ ਵਸਿਆ ਰਹਿੰਦਾ ਹੈ, ਉਹ ਨਾਮ ਨਾਲ ਜੁੜ ਕੇ ਉਹ ਜਮ ਕਾਲ ਤੋਂ ਬਚ ਜਾਂਦੇ ਹਨ, ਫਸਦੇ ਨਹੀਂ ਹਨ। ਬਿਨ ਸਤਿਗੁਰ ਤੇ ਨਾਮ ਨ ਪ੍ਰਾਪਤ, ਪਰ ਨਾਮ ਗੁਰੂ ਬਿਨਾ ਨਹੀਂ ਮਿਲਦਾ। ਹੋਰ ਚੀਜ਼ਾਂ ਗੁਰੂ ਬਿਨਾ ਮਿਲ ਜਾਣਗੀਆਂ ਭਾਵੇਂ, ਪਰ ਨਾਮ ਨਾਨਕ ਕੈ ਘਰ ਕੇਵਲ ਨਾਮ। ਗੁਰੂ ਨਾਨਕ ਨਾਮ ਦੀ ਦਾਤ ਲੈ ਕੇ ਜਗਤ ਤੇ ਆਏ ਹਨ। ਗੁਰੂ ਨਾਨਕ ਬਿਨਾ ਨਾਮ ਨਹੀਂ ਮਿਲਦਾ। ਗੁਰ ਸੇਵਹਿ ਤਬ ਹੋਏ ਨਿਹਾਲ। ਤੇ ਜਿਹੜੇ ਨਾਮ ਜਪਦਿਆਂ ਹੋਇਆਂ ਗੁਰੂ ਦੀ ਸੇਵਾ ਕਰਦੇ ਹਨ, ਉਹ ਨਿਹਾਲ ਹੋ ਜਾਂਦੇ ਹਨ। ਦੋਹਰਾ ਸੁਨਤ ਜੋਧ ਕੈ ਜੋਰ ਕਰ, ਲਖੋ ਆਪਣੇ ਦਾਸ। ਭਾਈ ਜੋਧ ਰਾਏ ਜੀ ਨੇ ਹੱਥ ਜੋੜੇ ਕਿਹਾ, ਮਹਾਰਾਜ ਅਸੀਂ ਆਪ ਜੀ ਦੇ ਦਾਸ ਹਾਂ, ਸਾਨੂੰ ਸੇਵਕ ਸਮਝੋ। ਰੱਖੋ ਲਾਜ ਨਿਜ ਨਾਮ ਕੀ ਜੈ ਸੁਮਤ ਪ੍ਰਕਾਸ਼। ਮਹਾਰਾਜ ਸੱਚੇ ਪਾਤਸ਼ਾਹ ਤੁਹਾਡੇ ਦਾਸ ਹਾਂ, ਤੁਹਾਡੇ ਨਾਮ ਦੀ ਸਾਡੇ ਨਾਲ ਤੁਹਾਡਾ ਨਾਮ ਜੁੜਿਆ ਹੋਇਆ ਹੈ। ਆਪ ਆਪਣੇ ਨਾਮ ਦੀ ਲਾਜ ਰੱਖੋ, ਭਾਵ ਸੇਵਕਾਂ ਦੀ ਲਾਜ ਰੱਖੋ। ਰਾਤ ਹੋਤ ਤਿਆਰੀ ਕਰੋ, ਰੁਚਹਿ ਨ ਤਜਬੋ ਸਾਥ। ਮਹਾਰਾਜ ਸੱਚੇ ਪਾਤਸ਼ਾਹ ਹੁਣ ਸਵੇਰੇ ਆਪ ਜੀ ਨੇ ਤਿਆਰੀ ਕਰ ਲੈਣੀ ਹੈ ਜਾਣ ਦੀ, ਪਰ ਆਪ ਦਾ ਜਾਣਾ ਸਾਡੇ ਲਈ ਬਹੁਤ ਦੁਖਦਾਈ ਹੋਵੇਗਾ। ਦਰਸ਼ਨ ਤੇ ਆਨੰਦ ਹੋਏ, ਲਿਓ ਸੰਗ ਮੁਜਨਾਥ। ਮਹਾਰਾਜ ਸੱਚੇ ਪਾਤਸ਼ਾਹ ਮੇਰੇ ਤੇ ਜਿਤਨੀ ਹੈ ਕਿਰਪਾ ਕੀਤੀ ਹੈ, ਪਹਿਲੇ ਨਾਲ ਰੱਖਿਆ, ਹੁਣ ਘਰ ਚਰਨ ਪਾਏ। ਮਹਾਰਾਜ ਮੈਨੂੰ ਵੀ ਨਾਲ ਲੈ ਚਲੋ, ਮੈਂ ਤੁਹਾਡੇ ਬਿਨਾਂ ਨਹੀਂ ਰਹਿ ਸਕਦਾ। ਹੁਣ ਪ੍ਰਸੰਨ ਹੋਵੈ ਸਤਿਗੁਰੂ, ਕਿਰਪਾ ਰਸੀਲੇ ਨੈਣ। ਮਹਾਰਾਜ ਸੱਚੇ ਪਾਤਸ਼ਾਹ ਪ੍ਰਸੰਨ ਹਨ ਤੇ ਕਿਰਪਾਮਈ ਰਸਕ ਨੇਤਰਾਂ ਨਾਲ, ਮਿਹਰ ਦੀ ਨਜ਼ਰ ਨਾਲ ਇਹਨਾਂ ਵੱਲ ਦੇਖਿਆ ਹੈ। ਇਕ ਦੰਪਤ ਕੇ ਭਾਵ ਕੋ ਕਹਿਤ ਸੋ ਮੁਖ ਤੇ ਬੈਨ। ਇਹਨਾਂ ਦੋਹਾਂ ਜੀਆਂ ਦੀ ਭਾਵਨਾ ਦੇਖ ਕੇ ਮਹਾਰਾਜ ਜੀ ਨੇ ਆਪਣੇ ਮੁਖਾਰ ਬਿੰਦ ਤੋਂ ਇਹ ਬਚਨ ਆਖੇ ਹਨ। ਅਬ ਤੁਮ ਕਾਂਗੜਪੁਰ ਬਸੋ, ਹਿਰਦੈ ਧਾਰ ਗੁਰ ਧਿਆਨ। ਆਖਿਆ ਹੁਣ ਤੁਸੀਂ ਇੱਥੇ ਆਪਣੇ ਨਗਰ ਵਿੱਚ ਵਸੋ ਤੇ ਗੁਰੂ ਦਾ ਧਿਆਨ ਕਰਦੇ ਰਹੋ। ਸਤਨਾਮ ਸਿਮਰਨ ਕਰੋ, ਦੋਹੇ ਲੋਕਨ ਕਲਿਆਣ। ਤੇ ਧਿਆਨ ਕੀ ਕਰਨਾ ਹੈ? ਵੀ ਨਾਮ ਜਪਣਾ। ਇਸ ਨਾਮ ਨਾਲ ਲੋਕ ਸੁਖੀਏ, ਪਰ ਲੋਕ ਸੁਹੇਲਾ ਹੋ ਜਾਂਦਾ ਹੈ। ਹੁਣ ਹਮ ਪਠਿ ਕਰ ਜਬ ਕੈਦਨ ਕਿਤਕ ਬਿਤਾਏ। ਫਿਰ ਕੁਝ ਦਿਨਾਂ ਬਾਅਦ ਜਦੋਂ ਅਸੀਂ ਤੁਹਾਨੂੰ ਬੁਲਾਵਾਂਗੇ, ਮਿਲੋ ਆਨ ਆਨੰਦ ਸੋ ਹੋਏ ਡੇਰਾ ਜਿਸ ਥਾਏ। ਜਿੱਥੇ ਵੀ ਸਾਡਾ ਟਿਕਾਣਾ ਹੋਵੇਗਾ, ਅਸੀਂ ਪੜਾਓ ਕੀਤਾ ਹੋਵੇਗਾ, ਉੱਥੇ ਆ ਮਿਲਣਾ। ਬੋਹਰ ਜੋਧ ਕੀ ਭਰ ਜਾ ਬੋਲੀ ਬਿਨਾ ਸਮੇਤ। ਫਿਰ ਭਾਈ ਜੋਧ ਰਾਏ ਜੀ ਦੀ ਸੁਪਤਨੀ ਨੇ ਬੇਨਤੀ ਕੀਤੀ ਹੈ, ਰਾਵਰ ਭੀ ਇਸ ਦੇਸ ਮੈਂ ਆਭੋ ਕਭੈ ਨਿਕੇਤ। ਸੱਚੇ ਪਾਤਸ਼ਾਹ ਮੇਰੀ ਨਿਮਾਣੀ ਸੇਵਕਾ ਦੀ ਬੇਨਤੀ ਹੈ ਬਈ ਜਦੋਂ ਮੁੜ ਕੇ ਆਪ ਇਸ ਪਾਸੇ ਆਵੋ। ਪੁਨ ਸ੍ਰੀ ਹਰਿ ਗੋਬਿੰਦ ਕਹਿਓ, ਰੂਪ ਅਪਰ ਕੋ ਧਾਰ। ਮਹਾਰਾਜ ਸੱਚੇ ਪਾਤਸ਼ਾਹ ਫਿਰ ਵੀ ਸਾਡੇ ਘਰ ਆਓ, ਚਰਨ ਪਾਓ। ਤੇ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ ਅਗਲੇ ਜਾਮੇ ਵਿੱਚ, ਹੁਣ ਇਸ ਵਾਰੀ ਨਹੀਂ, ਅਗਲੇ ਜਾਮੇ ਵਿੱਚ ਨਵਾਂ ਰੂਪ ਧਾਰ ਕੇ ਆਵਾਂਗੇ। ਤੁਬ ਸੰਤਤ ਕੇ ਸਦਨ ਮੈਂ ਬਸੋ ਆਨ ਤਿਸ ਬਾਰ। ਤੇ ਤੁਹਾਡੀ ਸੰਤਾਨ ਦੇ ਘਰ ਆ ਕੇ ਵਸਾਂਗੇ। ਮਹਾਰਾਜ ਜੀ ਨੇ ਬਚਨ ਕੀਤੇ ਹਨ, ਬੜੇ ਪਿਆਰ ਵਾਲੇ ਬਚਨ। ਦੋ ਤਿੰਨ ਹੋਰ ਸੁਣੀਏ। ਵਾਂਸ ਪਰਵਤ ਹੈ ਅਧਿਕ ਸੁਖ ਤੁਮ ਆਏ ਮਮ ਕਾਜ। ਤੁਹਾਡੇ ਘਰ ਵਿੱਚ ਸਦਾ ਹੀ ਸੁਖ ਵਰਤਣਗੇ, ਕਿਉਂਕਿ ਤੁਸੀਂ ਸਾਡੇ ਕੰਮ ਆਏ ਹੋ। ਹਾਲਤ ਭਲਤ ਰਖੀਅਕ ਅਹੋ, ਭੁਗਤ ਹੋ ਰਾਜ ਸਮਾਜ। ਰਾਜ ਭਾਗ ਤੁਹਾਡਾ ਹੋਵੇਗਾ। ਇਹ ਰਾਜ ਭਾਗ ਦਾ ਵਰ ਮਹਾਰਾਜ ਦੇ ਆਏ ਸੀ। ਫਿਰ 7ਵੇਂ ਜਾਮੇ 'ਚ ਉਸੇ ਬਚਨ ਨੂੰ ਦੁਹਰਾਇਆ ਹੈ। ਮਹਾਰਾਜ ਇਸ ਤਰ੍ਹਾਂ ਫਰਮਾਨ ਕਰਨ ਲੱਗੇ, ਇਮ ਬਰ ਦਿਓ ਵਿਸਾਲ ਕੋ, ਦੋਹਾਂ ਲੋਗਨ ਸੁਖ ਕੇਰ। ਇਸ ਤਰ੍ਹਾਂ ਵਿਸਾਲ ਵਰਦਾਨ ਦਿੱਤੇ ਤੇ ਦੋਹਾਂ ਲੋਕਾਂ ਦੇ ਸੁਖ
ਝੋਲੀ ਚ ਪਾਏ। ਦੰਪਤ ਪਾਏ ਪ੍ਰਮੋਦ ਕੋ ਸਿਰ ਤਰ ਪਦ ਪਰ ਫੇਰ। ਇਸ ਤਰ੍ਹਾਂ ਦੰਪਤੀ ਨੇ ਦੋਹਾਂ ਜੀਆਂ ਨੇ ਮਹਾਰਾਜ ਦੇ ਚਰਨਾਂ ਤੇ ਸੀਸ ਰੱਖਿਆ। ਆਸਿਕ ਦੇ ਸਤਿਗੁਰ ਉਠੇ ਸਿਵਰ ਬਿਰਾਜੇ ਜਾਏ। ਅਸੀਸਾਂ ਦੇ ਕੇ ਮਹਾਰਾਜ ਉੱਠੇ ਹਨ ਤੇ ਆਪਣੇ ਪੜਾਓ ਤੇ ਆ ਗਏ ਹਨ। ਸੁਪਤ ਜਥਾ ਸੁਖ ਜਾਮਨੀ ਪ੍ਰਾਤ ਭਈ ਪੁਨ ਆਏ। ਆਰਾਮ ਕੀਤਾ ਰਾਤ ਨੂੰ, ਫਿਰ ਅੰਮ੍ਰਿਤ ਵੇਲਾ ਹੋਇਆ। ਸੋਚ ਨਾਨ ਸੋ ਧਿਆਨ ਕਰ ਬਸਤਰ ਸ਼ਸਤਰ ਕੋ ਪਾਏ। ਸਰੀਰਕ ਕਿਰਿਆਵਾਂ ਸਾਧ ਕੇ ਇਸ਼ਨਾਨ ਕੀਤਾ, ਫਿਰ ਜਪ ਕੀਤਾ। ਧਿਆਨ ਦਾ ਮਤਲਬ ਜਪ ਕਰਨਾ। ਫਿਰ ਸ਼ਸਤਰ ਬਸਤਰ ਪਹਿਨ ਕੇ ਤਿਆਰ ਅਰੂਡਨ ਕੋ ਪਏ ਸ੍ਰੀ ਸਤਿਗੁਰ ਸੁਖਦਾਏ। ਸ੍ਰੀ ਸਤਿਗੁਰੂ ਮਹਾਰਾਜ ਸਤਿਕਾਰਯੋਗ ਜਿਤਨੇ ਵੀ ਸੰਸਾਰ ਤੇ ਪੂਜਨੀਕ ਹੋਏ ਨੇ ਉਹਨਾਂ ਸਭ ਦੇ ਸ੍ਰੀ ਸਤਿਕਾਰਯੋਗ ਸਤਿਗੁਰੂ ਸੁੱਖਾਂ ਦੇ ਦਾਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਅਗਲੇ ਪੜਾਅ ਲਈ ਤਿਆਰ ਹੋਏ ਹਨ। ਹੁਣ ਅਗਲੇ ਪੜਾਅ ਦੀ ਕਥਾ ਆਪ ਕੱਲ ਗੁਰੂ ਮਿਹਰ ਸਦਕਾ ਸਰਵਣ ਕਰੋਗੇ। ਬੜੀ ਇਕਾਗਰਤਾ ਤੇ ਪ੍ਰੇਮ ਨਾਲ ਆਪ ਸਾਰਿਆਂ ਨੇ ਸਰਵਣ ਕੀਤਾ। ਸਭ ਦਾ ਹਾਰਦਿਕ ਤੌਰ ਤੇ ਧੰਨਵਾਦ ਹੈ। ਭੁੱਲਾਂ ਚੁੱਕਾਂ ਦੀ ਖਿਮਾ ਜ਼ਰੂਰ ਨਿਮਾਣੇ ਸੇਵਕਾਂ ਦੀ ਝੋਲੀ 'ਚ ਪਾ ਦੇਣਾ। ਦਾਸ ਦੀ ਕੁਝ ਸਿਹਤ ਠੀਕ ਨਾ ਹੋਣ ਕਰਕੇ ਚੰਗੀ ਤਰ੍ਹਾਂ ਜਾਪ ਜੀ ਦੀ ਸੇਵਾ ਨਹੀਂ ਕਰ ਸਕਿਆ। ਅਸੀਸ ਦਿਓ, ਗੁਰੂ ਸੰਗਤ ਦੀ ਅਸੀਸ ਲੱਗ ਜਾਂਦੀ। ਅਰਦਾਸ ਕਰੋ ਮਹਾਰਾਜ ਦੇ ਅਰੋਗਤਾ ਬਖਸ਼ਣ। ਜਥੇਦਾਰ ਅਵਤਾਰ ਸਿੰਘ ਜੀ ਹਿਤ ਮੁੱਖ ਸੇਵਾਦਾਰ, ਉਹਨਾਂ ਦਾ ਵੀ ਸਵਾਸਥ ਥੋੜ੍ਹਾ ਜਿਹਾ ਢਿੱਲਾ ਹੈ, ਉਹਨਾਂ ਲਈ ਵੀ ਸਾਰੇ ਅਰਦਾਸ ਕਰੋ ਮਹਾਰਾਜ ਸਿਹਤਯਾਬੀ ਬਖਸ਼ਣ, ਚੜ੍ਹਦੀ ਕਲਾ ਨਾਲ ਆਪਣੀ ਸੇਵਾ ਦਾ ਬਲ ਬਖਸ਼ ਕੇ ਨਿਵਾਜਣ। ਗੁਰੂ ਸੰਗਤਾਂ ਦੀ ਅਰਦਾਸ ਗੁਰੂ ਝੱਟ ਸੁਣ ਲੈਂਦਾ, ਦੇਰ ਨਹੀਂ ਲੱਗਦੀ। ਤੇ ਮਹਾਰਾਜ ਨੇ ਇਹੀ ਸਾਨੂੰ ਦੱਸਿਆ ਵੀ ਜੀ ਕੀ ਬਿਰਤਾ ਹੋਏ ਸੋ ਗੁਰ ਪਹਿ ਅਰਦਾਸ ਕਰ। ਮਹਾਰਾਜ ਸੱਚੇ ਪਾਤਸ਼ਾਹ ਮੇਰਾ ਕਰਨ। ਆਓ 2 ਮਿੰਟ ਵਾਸਤੇ ਸਾਰੇ ਮਿਲ ਕੇ ਮਹਾਮੰਤਰ ਗੁਰਮੰਤਰ ਦੇ ਜਾਪ ਨਾਲ ਜੁੜੀਏ, ਫਿਰ ਅਰਦਾਸ ਤੇ ਖਿਮਾ ਪ੍ਰਾਰਥੀ ਹੋਵਾਂਗੇ। ਵਾਹਿਗੁਰੂ 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 ਵਾਹਿਗੁਰੂ। ਸਾਰੇ ਜਪੋ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।